ਸਾਂਝੋ ਤੋਂ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਾਰਿਆਂ ਦਾ ਸਵਾਗਤ ਕਰਦਾ ਜੀ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸਟੈਟ, ਸੀਟੈਟ, ਮਾਸਟਰ ਕੇਡਰ ਅਤੇ ਐਨਟੀਟੀ ਦੇ ਨਾਲ ਸੰਬੰਧਿਤ ਵੀਡੀਓਜ਼ ਜਿਹੜੀਆਂ ਅਪਲੋਡ ਕੀਤੀਆਂ ਜਾਂਦੀਆਂ ਨੇ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋਗੇ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਨੈਕਸਟ ਪਾਰਟ ਜਿਹੜਾ ਹੈ ਗਲੋਬ ਦੇ ਨਾਲ ਰਿਲੇਟਡ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਫਸਟ ਪਾਰਟ ਜਿਹੜਾ ਹੈ ਗਲੋਬ ਵਾਲਾ ਕੰਪਲੀਟ ਕਰ ਚੁੱਕੇ ਹਾਂ, ਜਿਹਦੇ ਵਿੱਚ 65 ਜਿਹੜੇ ਕੁਐਸਚਨ ਆਪਾਂ ਐਡ ਕੀਤੇ ਸੀ। ਸੋ ਅੱਜ ਦੇ ਵਿੱਚ ਜਿਹੜਾ ਹੈ 55 ਨੇ, 55 ਨੇ, ਤਾਂ ਕਾਫੀ ਸਾਰੇ ਜਿਹੜੇ ਕੁਐਸਚਨ ਗਲੋਬ ਦੇ ਨਾਲ ਰਿਲੇਟਡ ਆਪਾਂ ਡਿਸਕਸ ਕਰ ਚੁੱਕੇ ਹਾਂ। ਸੋ ਇਹਨਾਂ ਤੋਂ ਬਾਹਰੋਂ ਜਿਹੜਾ ਹੈ ਕੋਈ ਵੀ ਕੁਐਸਚਨ ਉਹ ਕ੍ਰੀਏਟ ਨਹੀਂ ਹੁੰਦਾ ਹੈਗਾ। ਸੋ ਸਾਰੇ ਆਲਮੋਸਟ ਜਿਹੜੇ ਆਪਾਂ ਉਹ ਡਿਸਕਸ ਕਰ ਲਏ ਨੇ। ਓਕੇ, ਸੋ 9 ਨੰਬਰ ਪਾਰਟ ਜਿਹੜਾ ਜਿਓਗ੍ਰਾਫੀ ਦਾ ਬਣਦਾ ਹੈ। ਇਸ ਤੋਂ ਪਹਿਲਾਂ 8 ਪਾਰਟ ਜਿਹੜੇ ਆ ਕੰਪਲੀਟ ਹੋ ਚੁੱਕੇ ਨੇ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸੋ ਅੱਜ ਦਾ ਫਸਟ ਕੁਐਸਚਨ ਹੈ ਜੀ 431 ਨੰਬਰ। ਸੋ ਇਸ ਤੋਂ ਪਹਿਲਾਂ 430 ਕੁਐਸਚਨ ਜਿਹੜੇ ਉਹ ਕੰਪਲੀਟ ਹੋ ਚੁੱਕੇ ਨੇ, ਉਹ ਸਾਰੇ ਦੇ ਸਾਰੇ ਪਲੇਲਿਸਟ ਦੇ ਵਿੱਚੋਂ ਜਾ ਕੇ ਤੁਸੀਂ ਦੇਖ ਸਕਦੇ ਹੈਗੇ ਹੋਗੇ। ਸੋ ਸਾਰੇ ਦੇ ਸਾਰੇ ਜਿਹੜੇ ਮੋਸਟ ਇੰਪੋਰਟੈਂਟ ਕੁਐਸਚਨ ਨੇ। ਸੋ 431 ਨੰਬਰ ਕੁਐਸਚਨ ਹੈ ਜੀ ਲੀਪ ਵਾਲੇ ਸਾਲ ਦੇ ਵਿੱਚ ਕਿੰਨੇ ਦਿਨ ਹੁੰਦੇ ਨੇ। ਸੋ ਲਾਸਟ ਆਪਾਂ ਸਮਝਿਆ ਸੀ ਕਿ ਲੀਪ ਵਾਲਾ ਸਾਲ ਹੁੰਦਾ ਕੀ ਹੈ, ਕਦੋਂ ਆਉਂਦਾ ਹੈ, ਸੋ ਇਹਦਾ ਕਾਰਨ ਕੀ ਹੈ, ਇਹ ਵੀ ਆਪਾਂ ਸਮਝ ਲਿਆ ਸੀਗਾ। ਸੋ ਬਟ ਦੁਬਾਰਾ ਫਿਰ ਇੱਕ ਵਾਰ ਰਿਵਾਈਜ਼ ਕਰਵਾ ਦੇਣਾ ਹਾਂ ਕਿ ਜਿਹੜਾ ਲੀਪ ਵਾਲਾ ਸਾਲ ਹੁੰਦਾ ਹੈ ਇਹ 360 ਦਿਨਾਂ ਵਾਲਾ ਜਿਹੜਾ ਹੈ ਸਾਲ ਹੁੰਦਾ ਹੈ। ਕਿਉਂਕਿ ਵੈਸੇ ਅਸੀਂ ਨਾਰਮਲ ਪੜ੍ਹਦੇ ਹਾਂ ਕਿ ਜਿਹੜੀ ਧਰਤੀ ਹੈ ਉਹ ਸੂਰਜ ਦੇ ਦੁਆਲੇ 365 1/4 ਦਿਨਾਂ ਦੇ ਵਿੱਚ ਆਪਣਾ ਇੱਕ ਚੱਕਰ ਪੂਰਾ ਕਰਦੀ ਹੈ। ਠੀਕ ਹੈ, ਜੋ 1 ਹੈ ਇਹ 5 ਘੰਟੇ ਬਣ ਜਾਂਦੇ ਹੈਗੇ ਆ। ਠੀਕ ਹੈ, 5 ਘੰਟੇ ਕੁਛ ਮਿੰਟ ਬਣਦੇ ਹੈਗੇ ਨੇ ਅਤੇ ਇਹਨਾਂ ਨੂੰ ਜਦੋਂ 4 ਨਾਲ ਆਪਾਂ ਗੁਣਾ ਕਰਾਂਗੇ ਤਾਂ 24 ਘੰਟੇ ਬਣ ਜਾਂਦੇ ਹੈ। ਇਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਚੌਥੇ ਸਾਲ ਜਾ ਕੇ ਐਡ ਹੋ ਜਾਂਦੇ ਆ। ਠੀਕ ਹੈ, ਚੌਥੇ ਸਾਲ ਜਾ ਕੇ ਐਡ ਹੋ ਜਾਂਦੇ, ਜਿਹਦੇ ਵਿੱਚ ਟੋਟਲ 360 ਦਿਨ ਬਣ ਜਾਂਦੇ ਹੈਗੇ ਆ। ਅਤੇ ਜਦੋਂ 360 ਦਿਨ ਹੁੰਦੇ ਹੈਗੇ ਨੇਗੇ ਸਾਲ ਦੇ ਵਿੱਚ, ਉਸ ਸਾਲ ਨੂੰ ਕਿਹਾ ਜਾਂਦਾ ਹੈ ਲੀਪ ਵਾਲਾ ਸਾਲ। ਇਹ ਆਪਾਂ ਡਿਸਕਸ ਕੀਤਾ ਸੀ ਕਿ ਲਾਸਟ ਜਿਹੜਾ ਹੈ ਲੀਪ ਵਾਲਾ ਸਾਲ ਕਿਹੜਾ ਸੀ, ਇਹ 2020 ਸੀਗਾ, 2016 ਸੀਗਾ, 2012 ਸੀ ਅਤੇ ਆਉਣ ਵਾਲਾ ਜਿਹੜਾ ਸਾਲ ਹੈ ਉਹ 2024 ਜਿਹੜਾ ਹੈ ਲੀਪ ਵਾਲਾ ਸਾਲ ਹੋਵੇਗਾ। ਓਕੇ ਜੀ, ਸੋ ਲੀਪ ਵਾਲੇ ਸਾਲ ਦੇ ਵਿੱਚ ਫਰਵਰੀ ਦੇ ਵਿੱਚ ਜਿਹੜਾ ਹੈ ਇੱਕ ਦਿਨ ਵਧਾਇਆ ਜਾਂਦਾ ਹੈ ਅਤੇ ਫਰਵਰੀ ਦਾ ਜਿਹੜਾ ਦਿਨ ਹੈ ਮਹੀਨਾ ਹੈ ਉਹਨੂੰ 29 ਦਿਨਾਂ ਦਾ ਕਰ ਦਿੱਤਾ ਜਾਂਦਾ ਹੈ। ਵੈਸੇ ਨਾਰਮਲੀ ਜਿਹੜਾ ਉਹ 28 ਦਿਨਾਂ ਦਾ ਹੁੰਦਾ ਹੈ। ਨੈਕਸਟ ਹੈ ਜੀ ਧਰਤੀ ਦੀ ਵਾਰਸ਼ਿਕ ਗਤੀ ਦੇ ਦੌਰਾਨ ਘੁੰਮਦੀ ਹੈ। ਧਰਤੀ ਦੀ ਵਾਰਸ਼ਿਕ ਗਤੀ ਦੇ ਦੌਰਾਨ ਘੁੰਮਦੀ ਹੈ ਜੀ ਜਿਹੜੀ ਕਿ ਸੂਰਜ ਦੇ ਦੁਆਲੇ ਪੁੱਛਿਆ ਗਿਆ ਹੈ, ਸੂਰਜ ਦੇ ਦੁਆਲੇ। ਤਾਂ ਇਸ ਘੜੀ ਦੀਆਂ ਸੂਈਆਂ ਦੇ ਵਿਪਰੀਤ ਘੁੰਮਦੀ ਹੈਗੀ। ਓਕੇ, ਜਿਸ ਤਰੀਕੇ ਦੇ ਨਾਲ ਆਪਾਂ ਸਮਝਦੇ ਹਾਂ ਕਿ ਇਹ ਸਨ ਹੈ। ਠੀਕ ਹੈ, ਵੈਸੇ ਤਾਂ ਇਹਦੇ ਦੁਆਲੇ ਜਿਹੜਾ ਹੈ ਇਹ ਆਪਣੇ ਅਕੋਰਡਿੰਗ ਤਾਂ ਆਪਣੀ ਧੁਰੀ ਦੇ ਦੁਆਲੇ ਤਾਂ ਇਹ ਘੜੀ ਦੀਆਂ ਸੂਈਆਂ ਦੇ ਜਿਵੇਂ ਜਿਵੇਂ ਘੁੰਮਦੀਆਂ ਨੇ ਉਸੇ ਤਰੀਕੇ ਦੇ ਨਾਲ ਹੀ ਘੁੰਮਦੀ ਹੈਗੀ ਆ। ਠੀਕ ਹੈ, ਬਟ ਜਦੋਂ ਇਹਨੂੰ ਸੂਰਜ ਦੇ ਦੁਆਲੇ ਘੁਮਾਇਆ ਜਾਵੇ ਤਾਂ ਇਹਦੀ ਜਿਹੜੀ ਡਾਇਰੈਕਸ਼ਨ ਹੈ ਉਹ ਸੂਰਜ ਦੇ ਦੁਆਲੇ ਵਿਪਰੀਤ ਹੋ ਜਾਂਦੀ ਹੈ, ਵਿਪਰੀਤ ਹੋ ਜਾਂਦੀ ਹੈ ਇਸ ਤਰੀਕੇ ਦੇ ਨਾਲ। ਓਕੇ, ਧਿਆਨ ਰੱਖਣਾ ਕਿ ਇਹਦੀ ਮੂਵਮੈਂਟ ਜਿਹੜੀ ਹੈ ਉਹ ਇਸ ਤਰੀਕੇ ਦੀ ਹੋ ਜਾਂਦੀ ਹੈ, ਇਸ ਦਿਸ਼ਾ ਦੇ ਵਿੱਚ ਉਲਟ ਹੋ ਜਾਂਦੀ ਹੈ। ਵੈਸੇ ਸੂਈਆਂ ਜਿਹੜੀਆਂ ਉਹ ਇਸ ਤਰੀਕੇ ਦੇ ਨਾਲ ਮੂਵ ਕਰਦੀਆਂ ਹੁੰਦੀਆਂ ਨੇ। ਨੈਕਸਟ ਹੈ ਧਰਤੀ ਆਪਣੀ ਵਾਰਸ਼ਿਕ ਗਤੀ ਦੇ ਦੌਰਾਨ ਕਿੰਨਾ ਸਫ਼ਰ ਤੈਅ ਕਰਦੀ ਹੈ। ਵਾਰਸ਼ਿਕ ਗਤੀ ਦੇ ਦੌਰਾਨ ਤਾਂ 29.6 ਕਿਲੋਮੀਟਰ ਪ੍ਰਤੀ ਸੈਕਿੰਡ ਦੇ ਹਿਸਾਬ ਦੇ ਨਾਲ ਜਿਹੜਾ ਇਹ ਆਪਣਾ ਸਫ਼ਰ ਪੂਰਾ ਕਰਦੀ ਹੈਗੀ। ਠੀਕ ਹੈ, ਯਾਨੀ ਕਿ ਇਹਦੀ ਘੁੰਮਣ ਦੀ ਜਿਹੜੀ ਗਤੀ ਹੈ ਵਾਰਸ਼ਿਕ ਗਤੀ, ਸੂਰਜ ਦੇ ਦੁਆਲੇ ਦੀ ਗੱਲ ਕੀਤੀ ਹੈ ਕਿ 29.6 ਕਿਲੋਮੀਟਰ ਪ੍ਰਤੀ ਸੈਕਿੰਡ ਦੇ ਹਿਸਾਬ ਦੇ ਨਾਲ ਘੁੰਮਦੀ ਹੈ ਇਹ। ਨੈਕਸਟ ਹੈ ਜੀ ਧਰਤੀ ਦੇ ਘੁੰਮਣ ਦੀ ਇੰਨੀ ਤੇਜ਼ ਗਤੀ ਮਨੁੱਖ ਨੂੰ ਮਹਿਸੂਸ ਕਿਉਂ ਨਹੀਂ ਹੁੰਦੀ। ਸੋ ਇਹ ਸਾਡੇ ਸਾਰਿਆਂ ਦੇ ਸਵਾਲ ਜਿਹੜਾ ਦਿਮਾਗ 'ਚ ਆਉਣਾ ਚਾਹੀਦਾ ਨਾ ਕਿ ਧਰਤੀ ਘੁੰਮਦੀ ਹੈ ਮੰਨਿਆ ਜਾਂਦਾ ਹੈ, ਪਰ ਫਿਰ ਅਸੀਂ ਡਿੱਗਦੇ ਕਿਉਂ ਨਹੀਂ ਹੈ। ਵੈਸੇ ਅਸੀਂ ਨਾਰਮਲ ਕਿਸੇ ਚੀਜ਼ ਤੋਂ ਜੇ ਘੁੰਮਦੀ ਹੋਵੇ ਤਾਂ ਡਿੱਗ ਪੈਂਦੇ ਹਾਂ, ਪਰ ਇਹ ਧਰਤੀ ਤੋਂ ਕਿਉਂ ਨਹੀਂ ਡਿੱਗਦੇ ਹੈ, ਇਹਦਾ ਬਹੁਤ ਸੌਖਾ ਜਿਹਾ ਆਨਸਰ ਹੈ। ਸੋ ਇਹ ਧਰਤੀ ਦਾ ਜਿਹੜਾ ਆਕਾਰ ਹੈ ਉਹ ਵੱਡਾ ਹੈ, ਜਿਹਦੇ ਕਰਕੇ ਜਿਹੜਾ ਹੈ ਇਹਦੇ ਉੱਪਰੋਂ ਮਨੁੱਖ ਜਿਹੜਾ ਹੈ ਉਹ ਨਹੀਂ ਡਿੱਗਦਾ ਹੈ ਅਤੇ ਨਾ ਹੀ ਮਨੁੱਖ ਨੂੰ ਜਿਹੜਾ ਹੈ ਇਹ ਚੀਜ਼ ਮਹਿਸੂਸ ਹੁੰਦੀ ਹੈ। ਸੋ ਇਹ ਉਸ ਤਰੀਕੇ ਦੇ ਨਾਲ ਹੈ ਕਿ ਜਿਵੇਂ ਕਿਸੇ ਫੁੱਟਬਾਲ ਦੇ ਉੱਪਰ ਤੁਸੀਂ ਕਿਸੇ ਕੀੜੀ ਨੂੰ ਬਿਠਾ ਕੇ ਕਿੰਨੀ ਮਰਜ਼ੀ ਸਪੀਡ ਦੇ ਨਾਲ ਘੁਮਾ ਦਿਓ, ਨਾ ਕੀੜੀ ਡਿੱਗੂਗੀ ਅਤੇ ਨਾ ਉਹਨੂੰ ਮਹਿਸੂਸ ਹੋਊਗਾ ਕਿ ਘੁੰਮ ਰਹੀ ਹੈਗੀ ਹੈ। ਠੀਕ ਹੈ, ਬਟ ਦਿਨ ਰਾਤ ਵਾਲੀ ਫੀਲਿੰਗ ਉਹਨੂੰ ਆ ਸਕਦੀ ਹੈ, ਕਿਉਂਕਿ ਪਹਿਲਾਂ ਜਿਵੇਂ ਆਪਾਂ ਦੇਖਣ ਦੀ ਦ੍ਰਿਸ਼ ਦੀ ਗੱਲ ਕਰਦੇ ਹਾਂ ਤਾਂ ਉਹ ਜ਼ਰੂਰ ਹੋ ਸਕਦਾ, ਬਟ ਉਹਨੂੰ ਡਿੱਗਣ ਦਾ ਜਿਹੜਾ ਕੋਈ ਵੀ ਝਟਕਾ ਨਹੀਂ ਲੱਗੂਗਾ ਅਤੇ ਨਾ ਹੀ ਉਹਨੂੰ ਇਹ ਮਹਿਸੂਸ ਹੋਵੇ ਕਿ ਉਹ ਘੁੰਮ ਰਹੀ ਹੈ। ਓਕੇ, ਨੈਕਸਟ ਹੈ ਜੀ ਪਰਹੀਲੀਅਨ ਦੀ ਸਥਿਤੀ ਵਿੱਚ ਧਰਤੀ ਸੂਰਜ ਦੇ
ਆ ਬਹੁਤ ਜ਼ਰੂਰੀ ਹੈ ਬਈ, ਠੀਕ ਹੈ। ਪੈਰਹੀਲੀਅਨ ਵਾਲੇ ਇੱਕ ਹੋਰ ਹੈਗਾ ਗਾ, ਠੀਕ ਹੈ। ਦੋਨੋਂ ਚੀਜ਼ਾਂ ਯਾਦ ਰੱਖਣਾ, ਇਹਦੀ ਬਹੁਤ ਬਹੁਤ ਸੰਭਾਵਨਾ ਹੈਗੀ ਹੈ ਜਿਓਗ੍ਰਾਫੀ ਦੇ ਵਿੱਚ, ਕਿਉਂਕਿ ਇਹਦੇ ਨਾਲ ਸੰਬੰਧਿਤ ਡੇਟ ਵੀ ਹੁੰਦੀ ਹੈਗੀ ਹੈ। ਪੈਰਹੀਲੀਅਨ ਦੀ ਦ੍ਰਿਸ਼ਟੀ ਦੇ ਵਿੱਚ ਜਿਹੜਾ ਧਰਤੀ ਹੈ ਇਹ ਸੂਰਜ ਦੇ ਕੀ ਹੁੰਦਾ ਹੈ ਜੀ, ਨਜ਼ਦੀਕ ਹੁੰਦੀ ਹੈ ਜਾਂ ਦੂਰ ਹੁੰਦੀ ਹੈ? ਸੋ ਰਾਈਟ ਇਸ ਦਾ ਆਨਸਰ ਨੇੜੇ ਹੁੰਦੀ ਹੈਗੀ ਆ। ਜਦੋਂ ਪਰਹੀਲੀਅਨ ਦੇ ਅਕੋਰਡਿੰਗ ਪੁੱਛਿਆ ਜਾਊਗਾ ਨਾ ਕਿ ਪਰਹੀਲੀਅਨ ਦੇ ਅਕੋਰਡਿੰਗ ਧਰਤੀ ਦੀ ਸਥਿਤੀ ਕੀ ਹੋਊਗੀ, ਤਾਂ ਇਹ ਧਰਤੀ ਜਿਹੜੀ ਹੈ ਸੂਰਜ ਦੇ ਨੇੜੇ ਹੁੰਦੀ ਹੈਗੀ। ਜਦੋਂ ਕਿ ਇਹ 14.51 ਕਰੋੜ ਦੇ ਕਰੀਬ ਜਿਹੜੀ ਹੈ ਦੂਰੀ ਬਣ ਜਾਂਦੀ ਹੈ। ਵੈਸੇ ਇਸ ਦੀ ਜਿਹੜੀ ਸਭ ਤੋਂ ਵੱਧ ਦੂਰੀ ਹੈਗੀ ਉਹ 15.21 ਕਰੋੜ ਬਣ ਜਾਂਦੀ ਹੈਗੀ ਆ। ਓਕੇ, ਤਾਂ ਸਭ ਤੋਂ ਨੇੜੇ ਜਦੋਂ ਹੁੰਦੀ ਹੈ ਉਦੋਂ ਇਸ ਦੀ ਜਿਹੜੀ ਦੂਰੀ ਹੁੰਦੀ ਹੈ ਉਹ 14.51 ਕਰੋੜ ਦੇ ਕਰੀਬ ਹੁੰਦੀ ਹੈਗੀ। ਧਿਆਨ ਰੱਖਣਾ 14.51, ਠੀਕ ਹੈ। ਸੋ ਮੈਕਸਿਮਮ 14 ਲਗਾ ਲਿਓ, ਪੁਆਇੰਟਸ ਵਿੱਚ ਹੋ ਸਕਦਾ ਕਿ ਇੱਧਰ ਉੱਧਰ ਇੱਕ ਅੱਧਾ ਹੋ ਜਾਵੇ। ਨੈਕਸਟ ਹੈ ਜੀ ਐਪਲੀਹਨ, ਇਹ ਦੂਸਰੀ ਸਥਿਤੀ ਹੈ। ਐਪਲੀਹਨ ਜਿਹੜੀ ਸਥਿਤੀ ਹੈ ਇਸ ਦੇ ਵਿੱਚ ਧਰਤੀ ਸੂਰਜ ਤੋਂ ਕੀ ਹੁੰਦਾ ਹੈ ਜੀ, ਦੂਰ ਹੁੰਦੀ ਹੈ, ਯਾਨੀ ਕਿ 15.21 ਕਰੋੜ ਕਿਲੋਮੀਟਰ ਹੁੰਦੀ ਹੈਗੀ ਆ। 15.21 ਕਰੋੜ ਕਿਲੋਮੀਟਰ ਹੁੰਦੀ ਹੈ। ਇਹ ਧਰਤੀ ਦੀ ਸਭ ਤੋਂ ਵੱਧ ਦੂਰੀ ਹੈ, ਇਹਨੂੰ ਐਪਲੀਲੀਅਨ ਕਿਹਾ ਜਾਂਦਾ ਹੈਗਾ ਗਾ। ਅਤੇ ਪੈਰੀਹੀਲੀਅਨ ਜਿਹੜੀ ਹੈ ਉਹ ਧਰਤੀ ਦੀ ਸਭ ਤੋਂ ਨੇੜੇ ਦੀ ਸਥਿਤੀ ਹੈ ਸੂਰਜ ਦੇ ਦੁਆਲੇ, ਕਿਉਂਕਿ ਸਾਨੂੰ ਪਤਾ ਹੀ ਹੈ ਕਿ ਸੂਰਜ ਦੇ ਦੁਆਲੇ ਧਰਤੀ ਜਿਹੜੀ ਹੈ ਉਹ ਅੰਡਾਕਾਰ ਸ਼ੇਪ ਦੇ ਵਿੱਚ ਘੁੰਮਦੀ ਹੈ ਇਸ ਤਰੀਕੇ ਦੇ ਨਾਲ, ਠੀਕ ਹੈ। ਇੱਕ ਸਮਾਂ ਉਹ ਹੈ ਜਦੋਂ ਉਹ ਦੂਰ ਚਲੀ ਜਾਂਦੀ ਹੈ ਅਤੇ ਇੱਕ ਸਮਾਂ ਇਹ ਹੈ ਜਦੋਂ ਉਹ ਨੇੜੇ ਆ ਜਾਂਦੀ ਹੈਗੀ ਹੈ। ਨੈਕਸਟ ਹੈ ਜੀ ਪਰਹੀਲੀਅਨ ਦੀ ਸਥਿਤੀ ਕਦੋਂ ਹੁੰਦੀ ਹੈ? ਸੋ ਲਓ ਆ ਗਿਆ ਕੁਐਸਚਨ ਹੈ, ਇਹ ਵੀ ਬਹੁਤ ਬਹੁਤ ਇੰਪੋਰਟੈਂਟ ਹੈ ਜੀ। ਪਰਹੀਲੀਅਨ ਦੀ ਸਥਿਤੀ ਹੁੰਦੀ ਹੈ ਜੀ 3 ਜਨਵਰੀ। 3 ਜਨਵਰੀ ਨੂੰ ਜਿਹੜਾ ਧਰਤੀ ਹੈ ਉਹ ਸੂਰਜ ਦੇ ਬਹੁਤ ਬਹੁਤ ਜ਼ਿਆਦਾ ਨਜ਼ਦੀਕ ਹੁੰਦੀ ਹੈ, ਯਾਨੀ ਕਿ 14.51 ਕਰੋੜ ਕਿਲੋਮੀਟਰ ਹੁੰਦੀ ਹੈਗੀ ਹੈ, ਠੀਕ ਹੈ। ਇਸ ਨੂੰ ਸਭ ਤੋਂ ਨੇੜੇ ਦਾ ਪੁਆਇੰਟ ਮੰਨਿਆ ਜਾਂਦਾ ਹੈ। ਨੈਕਸਟ ਹੈ ਐਪਲੀਲੀਅਨ ਦੀ ਸਥਿਤੀ ਕਦੋਂ ਹੁੰਦੀ ਹੈ? ਤਾਂ ਇਹ ਸਥਿਤੀ ਹੁੰਦੀ ਹੈ ਜੀ 4 ਜੁਲਾਈ ਦੀ। ਇੱਕ ਦਿਨ ਦਾ ਹੀ ਫਰਕ ਹੈ ਬਟ ਮੰਥ ਦੇ ਵਿੱਚ ਫਰਕ ਹੈ, ਜਨਵਰੀ ਅਤੇ ਜੁਲਾਈ। ਜਨਵਰੀ ਨੂੰ ਜਿਹੜਾ ਕਹਿ ਸਕਦੇ ਹਾਂ ਨੇੜੇ ਹੁੰਦੀ ਹੈ ਅਤੇ ਜੁਲਾਈ ਦੇ ਵਿੱਚ ਜਿਹੜਾ ਹੈ ਇਹ ਦੂਰ ਹੁੰਦੀ ਹੈਗੀ। ਓਕੇ, ਨੈਕਸਟ ਹੈ ਜੀ ਧਰਤੀ ਸੂਰਜ ਦੇ ਕਦੋਂ ਤੋਂ ਕਦੋਂ ਤੱਕ ਨਿਕਟਮ ਅਵਸਥਾ ਦੇ ਵਿੱਚ ਰਹਿੰਦੀ ਹੈ? ਨਿਕਟਮ ਦਾ ਮਤਲਬ ਹੈ ਪਰਹੀਲੀਅਨ ਦੀ ਸਥਿਤੀ ਦੇ ਵਿੱਚ ਰਹਿੰਦੀ ਹੈ ਕਿੰਨੇ ਦਿਨਾਂ ਤੱਕ? ਸੋ ਇਹ ਹੈ ਜੀ 23 ਸਤੰਬਰ ਤੋਂ ਲੈ ਕੇ 21 ਮਾਰਚ ਤੱਕ ਜਿਹੜੀ ਹੈ ਇਹ ਨਿਕਟਮ ਅਵਸਥਾ ਦੇ ਵਿੱਚ ਰਹਿੰਦੀ ਹੈ, ਸੂਰਜ ਦੇ ਨਜ਼ਦੀਕ ਰਹਿੰਦੀ ਹੈਗੀ। 23 ਸਤੰਬਰ ਤੋਂ ਲੈ ਕੇ 21 ਮਾਰਚ ਤੱਕ। ਨੈਕਸਟ ਹੈ ਜੀ ਧਰਤੀ ਸੂਰਜ ਤੋਂ ਨਿਕਟਮ ਅਵਸਥਾ ਦੇ ਵਿੱਚ ਕਿੰਨੇ ਦਿਨਾਂ ਤੱਕ ਰਹਿੰਦੀ ਹੈਗੀ ਆ? ਤਾਂ ਇਹਦੀ ਜਿਹੜੀ ਦਿਨਾਂ ਦੀ ਗਿਣਤੀ ਗੱਲ ਕਰੀਏ ਤਾਂ ਉਹ 179 ਦਿਨ ਬਣ ਜਾਂਦੇ ਨੇ। ਪਰ ਜੇ ਮੰਥ ਦੇ ਅਕੋਰਡਿੰਗ ਪੁੱਛ ਲਿਆ ਜਾਵੇ ਤਾਂ 23 ਸਤੰਬਰ ਤੋਂ ਲੈ ਕੇ 21 ਮਾਰਚ ਤੱਕ ਜਿਹੜੀ ਧਰਤੀ ਹੈ ਉਹ ਸੂਰਜ ਦੇ ਨਜ਼ਦੀਕ ਰਹਿੰਦੀ ਹੈ, ਪੈਰਹੀਲੀਅਨ ਦੀ ਸਥਿਤੀ ਦੇ ਵਿੱਚ ਰਹਿੰਦੀ ਹੈ। ਓਕੇ, ਬਟ ਇੱਕ ਐਗਜ਼ੈਕਟ ਦੇ ਆ ਜਦੋਂ ਸਭ ਤੋਂ ਕਲੋਜ਼ ਹੋ ਜਾਂਦੀ ਆ ਉਹ 3 ਜਨਵਰੀ ਦਾ ਹੈ। ਨੈਕਸਟ ਹੈ ਜੀ ਧਰਤੀ ਸੂਰਜ ਦੇ ਦੂਰਤਮ ਅਵਸਥਾ ਦੇ ਵਿੱਚ ਰਹਿੰਦੀ ਹੈ ਜੀ ਕਦੋਂ ਤੋਂ ਲੈ ਕੇ ਕਦੋਂ ਤੱਕ? 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ, ਠੀਕ ਹੈ। ਸੋ ਐਗਜ਼ੈਕਟ ਉਸੇ ਤਰੀਕੇ ਦੇ ਨਾਲ ਹੀ ਓਪੋਜ਼ਿਟ ਹੀ ਹੈ। 23 ਸਤੰਬਰ ਤੋਂ ਲੈ ਕੇ 21 ਮਾਰਚ ਤੱਕ ਜਿਹੜਾ ਹੈ ਨੇੜੇ ਰਹਿੰਦੀ ਹੈ ਅਤੇ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ ਦੂਰਤਮ ਅਵਸਥਾ ਦੇ ਵਿੱਚ ਰਹਿੰਦੀ ਹੈ। ਅਤੇ ਦੂਰਤਮ ਦੇ ਵਿੱਚ ਸਭ ਤੋਂ ਜਿਹੜੀ ਦੂਰ ਹੁੰਦੀ ਹੈ ਉਹ 4 ਜੁਲਾਈ ਨੂੰ ਹੁੰਦੀ ਹੈਗੀ ਹੈ। ਨੈਕਸਟ ਹੈ ਧਰਤੀ ਸੂਰਜ ਤੋਂ ਦੂਰਤਮ ਅਵਸਥਾ ਦੇ ਵਿੱਚ ਕਿੰਨੇ ਦਿਨਾਂ ਤੱਕ ਰਹਿੰਦੀ ਹੈਗੀ ਆ? ਸੋ ਇਹ ਦਿਨ ਬਣਦੇ ਹੈਗੇ ਨੇ 186, ਬਟ ਨੇੜੇ ਦੀ ਗੱਲ ਕਰੀਏ ਤਾਂ 179 ਬਣ ਜਾਂਦੇ ਸੀਗੇ। ਦੂਰ 186 ਦਿਨ ਰਹਿੰਦੀ ਹੈ। ਨੈਕਸਟ ਹੈ ਮਕਰ ਸੰਕ੍ਰਾਂਤੀ ਕਦੋਂ ਹੁੰਦੀ ਹੈ ਜੀ? ਸੋ ਮਕਰ ਸੰਕ੍ਰਾਂਤੀ ਜਿਹੜੀ ਹੈ ਉਹ 21 ਜੂਨ ਨੂੰ ਹੁੰਦੀ ਹੈਗੀ, ਜਿਸ ਦਿਨ ਕਹਿ ਸਕਦੇ ਹਾਂ ਦਿਨ ਵੱਡਾ ਹੁੰਦਾ ਹੈ, ਉਹਨੂੰ ਆਪਾਂ ਮਕਰ ਸੰਕ੍ਰਾਂਤੀ ਦੇ ਰੂਪ ਦੇ ਵਿੱਚ ਜਾਣਦੇ ਹੈਗੇ। ਓਕੇ, ਨੈਕਸਟ ਹੈ ਜੀ ਮਕਰ ਸੰਕ੍ਰਾਂਤੀ ਨੂੰ ਸੂਰਜ ਦੀਆਂ ਕਿਰਨਾਂ ਕਿੱਥੇ ਸਿੱਧੀਆਂ ਪੈਂਦੀਆਂ ਨੇ? ਹੁਣ ਤੁਸੀਂ ਇੱਥੋਂ ਅੰਦਾਜ਼ਾ ਲਗਾਇਓ ਕਿ 21 ਜੂਨ ਨੂੰ ਜਿਹੜਾ ਹੈ ਦਿਨ ਕਿੱਥੇ ਵੱਡਾ ਹੁੰਦਾ ਹੈ ਅਤੇ ਇਹ ਕਿਹੜੇ ਸਥਾਨ 'ਤੇ ਸਥਿਤ ਹੋਊ, ਕਿਉਂਕਿ ਮੈਂ ਪਿੱਛੇ ਕਰਵਾਈ ਹੋਈ ਹੈ ਚੀਜ਼ ਤੁਹਾਨੂੰ। ਓਕੇ, ਤਾਂ 21 ਜੂਨ ਨੂੰ ਜਿਹੜੀ ਗਰਮੀਆਂ ਨੇ ਉਹ ਭਾਰਤ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਹੁੰਦੀਆਂ ਨੇ ਅਤੇ ਬਹੁਤ ਤੇਜ਼ ਗਰਮੀ ਪੈ ਰਹੀ ਹੁੰਦੀ ਹੈ। 21 ਜੂਨ ਨੂੰ ਸਭ ਤੋਂ ਵੱਡਾ ਦਿਨ ਹੁੰਦਾ ਹੈ। ਓਕੇ, ਬਟ ਉਸੇ ਦਿਨ ਹੀ ਜਿਹੜਾ ਕਹਿ ਸਕਦੇ ਹਾਂ ਇੱਥੋਂ ਦੀ ਇਹ ਗੁਜ਼ਰਦੀ ਹੈਗੀ ਆ ਮਕਰ ਸੰਕ੍ਰਾਂਤੀ, ਠੀਕ ਹੈ। ਜਿਹਦੇ ਕਾਰਨ ਕਰਕੇ ਆਪਾਂ ਇਹ ਕਹਿ ਸਕਦੇ ਹੈਗੇ ਕਿ ਜਦੋਂ 21 ਜੂਨ ਦੇ ਵਿੱਚ ਇਹ 'ਤੇ ਹੁੰਦੀ ਹੈਗੀ ਆ ਮਕਰ ਸੰਕ੍ਰਾਂਤੀ, ਤਾਂ ਉਦੋਂ ਇਹ ਭਾਰਤ ਦੇ ਵਿੱਚ ਹੁੰਦੀ ਹੈ ਅਤੇ ਭਾਰਤ ਦੇ ਵਿੱਚੋਂ ਦੀ ਕਰਕ ਰੇਖਾ ਟ੍ਰੋਪਿਕ ਆਫ ਕੈਂਸਰ ਗੁਜ਼ਰਦੀ ਹੈਗੀ ਹੈ, ਜਿਹੜੀ ਕਿ ਭਾਰਤ ਦੇ 8 ਰਾਜਾਂ ਦੇ ਵਿੱਚੋਂ ਦੀ ਗੁਜ਼ਰਦੀ ਹੈ। ਤਾਂ ਤੁਸੀਂ ਇੱਥੋਂ ਅੰਦਾਜ਼ਾ ਲਗਾ ਲੈਣਾ ਕਿ ਇਹ ਉੱਤਰ ਦੇ ਵਿੱਚ ਸਥਿਤ ਹੋਊਗੀ ਅਤੇ ਕਰਕ ਰੇਖਾ ਦੇ ਉੱਪਰ ਦੀ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਸਿੱਧੀਆਂ ਪੈ ਰਹੀਆਂ ਹੋਣਗੀਆਂ, ਕਿਉਂਕਿ ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ ਉੱਥੇ ਹੀ ਗਰਮੀ ਹੁੰਦੀ ਹੈ ਹਮੇਸ਼ਾ। ਨੈਕਸਟ ਹੈ ਦੱਖਣ ਦੀ ਸੰਕ੍ਰਾਂਤੀ ਜਾਂ ਮਕਰ ਸੰਕ੍ਰਾਂਤੀ ਕਦੋਂ ਹੁੰਦੀ ਹੈ? ਠੀਕ ਹੈ, ਇਹ ਦੱਖਣ ਦੇ ਵਿੱਚ ਆ, ਪਹਿਲਾਂ ਆਪਾਂ ਉੱਤਰ ਦੇ ਵਿੱਚ ਗੱਲ ਕੀਤੀ ਹੈਗੀ ਹੈ। ਤਾਂ ਦੱਖਣ ਦੇ ਵਿੱਚ 22 ਦਸੰਬਰ ਨੂੰ ਹੁੰਦੀ ਹੈਗੀ ਹੈ, ਠੀਕ ਹੈ। ਸਾਡੇ 22 ਦਸੰਬਰ ਨੂੰ ਸਰਦੀਆਂ ਦਾ ਮੌਸਮ ਹੁੰਦਾ ਹੈ, ਬਟ ਦੱਖਣ ਦੇ ਵਿੱਚ ਆਪਾਂ ਗੱਲ ਕੀਤੀ ਸੀ, ਤੁਹਾਨੂੰ ਸਮਝਾਇਆ ਸੀ, ਇੱਕ ਵਾਰ ਦੁਬਾਰਾ ਰਿਪੀਟ ਕਰ ਦਿੰਦਾ ਹਾਂ ਕਿ ਉੱਤਰ ਵਾਲਾ ਜਿਹੜਾ ਹੈ ਨਦਰਨ ਹੈਮਿਸਫੀਅਰ ਆ ਗਿਆ ਹੈ, ਇਹ ਦੱਖਣ ਵਾਲਾ ਹੈ, ਦੱਖਣੀ ਜਾਂ ਸਦਰਨ ਹੈਮਿਸਫੀਅਰ ਆਉਂਦਾ ਹੈ। ਤਾਂ 22 ਦਸੰਬਰ ਨੂੰ ਜਿਹੜਾ ਹੈ ਇਸ ਖੇਤਰ ਦੇ ਵਿੱਚ ਜਿਹੜੀ ਹੈ ਸੰਕ੍ਰਾਂਤੀ ਹੁੰਦੀ ਹੈ, ਜਿਹਨੂੰ ਦੱਖਣ ਸੰਕ੍ਰਾਂਤੀ ਕਿਹਾ ਜਾਂਦਾ ਹੈ। ਸੂਰਜ ਦੀਆਂ ਕਿਰਨਾਂ ਇੱਥੇ ਸਿੱਧੀਆਂ ਪੈਂਦੀਆਂ ਨੇ ਅਤੇ ਇੱਥੋਂ ਦੀ ਜਿਹੜੀ ਰੇਖਾ ਨਿਕਲਦੀ ਹੈ ਉਹਨੂੰ ਟ੍ਰੋਪਿਕ ਆਫ ਕੈਪਰੀਕੌਨ ਕਿਹਾ ਜਾਂਦਾ ਹੈ, ਮਕਰ ਰੇਖਾ ਕਹਿੰਦੇ ਆ।
ਨੈਕਸਟ ਹੈ ਜੀ ਦੱਖਣ ਸੰਕ੍ਰਾਂਤੀ ਦੇ ਸਮੇਂ ਸੂਰਜ ਦੀਆਂ ਕਿਰਨਾਂ ਕਿੱਥੇ ਸਿੱਧੀਆਂ ਪੈਂਦੀਆਂ ਨੇ, ਹੁਣੇ ਦੱਸਿਆ ਹੈ ਜੀ ਮਕਰ ਰੇਖਾ ਟ੍ਰੋਪਿਕ ਆਫ ਕੈਪਰੀਕੌਨ ਜਿਹੜਾ ਹੈ ਇਸ ਸਥਾਨ ਵਿਖੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ। ਠੀਕ ਹੈ, 23.5 ਡਿਗਰੀ ਦੱਖਣ ਦੇ ਵਿੱਚ ਹੁੰਦੀਆਂ ਨੇ, ਇਸ ਸਥਾਨ ਵਿਖੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈ ਰਹੀਆਂ ਹੁੰਦੀਆਂ ਨੇ ਦਸੰਬਰ ਦੇ ਵਿੱਚ। ਬਟ ਸਾਡੇ ਭਾਰਤ ਦੇ ਵਿੱਚ ਉਸ ਸਮੇਂ ਜਾਣੀ ਕਿ ਹੁਣ ਦਸੰਬਰ ਚੱਲ ਹੀ ਰਿਹਾ, ਠੀਕ ਹੈ, ਹੁਣ ਸਾਡੇ ਭਾਰਤ ਦੇ ਵਿੱਚ ਤਾਂ ਸਰਦੀਆਂ ਨੇ, ਇਸ ਕਰਕੇ ਜਿਹੜਾ ਸੂਰਜ ਹੈ ਹੁਣ ਉਹ ਕਿੱਧਰ ਚਲਾ ਗਿਆ ਹੈ, ਦੱਖਣ ਦੇ ਵਿੱਚ ਚਲਾ ਗਿਆ ਹੈ। ਠੀਕ ਹੈ, ਬਟ ਦੁਬਾਰਾ ਵਾਪਸ ਆਊਗਾ 21 ਜੂਨ ਨੂੰ। ਓਕੇ, ਹੁਣ ਸੂਰਜ ਦੀਆਂ ਜਿਹੜੀਆਂ ਰੇਖਾਵਾਂ ਨੇ ਉਹ ਦੱਖਣ ਦੇ ਵਿੱਚ ਪੈਣੀਆਂ ਸ਼ੁਰੂ ਹੋ ਗਈਆਂ ਨੇ, 23 ਡਿਗਰੀ 23.5 ਡਿਗਰੀ ਦੇ ਉੱਪਰ ਸ਼ੁਰੂ ਹੋ ਗਈਆਂ ਨੇ ਮਕਰ ਰੇਖਾ ਦੇ ਉੱਪਰ। ਨੈਕਸਟ ਹੈ ਸਮਾਗਤ ਜਾਂ ਸਮਗਤ ਦੀ ਅਵਸਥਾ, ਜਿਹਨੂੰ ਐਨੈਕਸਿਸ ਅਵਸਥਾ ਕਹਿੰਦੇ ਹੈਗੇ ਨੇ। ਇਹ ਕਦੋਂ ਹੁੰਦੀ ਹੈ? ਠੀਕ ਹੁੰਦੀ ਹੈ ਜੀ 21 ਮਾਰਚ ਨੂੰ ਤੇ 23 ਸਤੰਬਰ ਨੂੰ। 21 ਜੂਨ ਨੂੰ ਜਿਹੜਾ ਹੈ ਧਿਆਨ ਰੱਖਣਾ ਸਭ ਤੋਂ ਵੱਡਾ ਦਿਨ ਹੁੰਦਾ ਹੈ, 22 ਦਸੰਬਰ ਨੂੰ ਜਿਹੜਾ ਹੈ ਸਭ ਤੋਂ ਛੋਟਾ ਦਿਨ ਹੁੰਦਾ ਹੈ। ਠੀਕ ਹੈ, ਬਟ 21 ਮਾਰਚ ਤੇ 23 ਸਤੰਬਰ ਜਿਹੜੇ ਇਹੋ ਜਿਹੇ ਦਿਨ ਨੇ ਜਦੋਂ ਕਿ ਦਿਨ ਅਤੇ ਰਾਤ ਜਿਹੜੇ ਆ ਉਹ ਬਰਾਬਰ ਹੁੰਦੇ ਨੇਗੇ। ਠੀਕ ਹੈ, 21 ਮਾਰਚ ਅਤੇ 23 ਸਤੰਬਰ ਨੂੰ ਦਿਨ ਅਤੇ ਰਾਤ ਬਰਾਬਰ ਹੁੰਦੇ ਨੇ ਅਤੇ ਇਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਇਨਵੈਕਸਿਸ ਜਾਂ ਸਮਗਤ। ਠੀਕ ਹੈ, ਇੰਗਲਿਸ਼ ਵਰਡ ਵਾਲਾ ਜਿਹੜਾ ਯਾਦ ਰੱਖਣਾ ਕਿਉਂਕਿ ਜ਼ਿਆਦਾਤਰ ਉਹ ਇੰਗਲਿਸ਼ ਦੇ ਅਕੋਰਡਿੰਗ ਹੀ ਪੁੱਛਦੇ ਹੁੰਦੇ ਨੇ। ਨੈਕਸਟ ਹੈ ਜੀ ਸਮਗਤ ਜਾਂ ਇਨਵੈਕਸਿਸ ਦਾ ਅਰਥ ਹੈ ਦਿਨ ਅਤੇ ਰਾਤ ਬਰਾਬਰ ਹੋਣਾ, ਇਹ ਪਹਿਲਾਂ ਦੱਸ ਚੁੱਕਿਆ ਮੈਂ। ਨੈਕਸਟ ਹੈ ਜੀ ਧਰਤੀ ਦਾ ਵਿਆਸ ਕਿੰਨਾ ਹੈ ਜੀ, ਤਾਂ ਧਰਤੀ ਦਾ ਵਿਆਸ ਹੈ ਜੀ 13,000 ਕਿਲੋਮੀਟਰ। 13,000 ਕਿਲੋਮੀਟਰ ਦੇ ਕਰੀਬ ਜਿਹੜਾ ਹੈ ਅਰਧ ਵਿਆਸ ਧਰਤੀ ਦਾ ਪਾਇਆ ਜਾਂਦਾ ਹੈ। ਅੱਜ ਤੋਂ ਕਿੰਨੇ ਸਾਲ ਪਹਿਲਾਂ ਯੂਨਾਨੀਆਂ ਨੇ ਤਸਦੀਕ ਕੀਤਾ ਸੀ ਕਿ ਧਰਤੀ ਜਿਹੜੀ ਹੈ ਉਹ ਗੋਲਾਕਾਰ ਹੈ, ਤਾਂ ਇਹਦਾ ਸਮਾਂ ਹੈ ਜੀ 2600 ਸਾਲ ਪਹਿਲਾਂ ਯੂਨਾਨੀਆਂ ਨੇ ਇਹ ਸਾਬਤ ਕਰ ਦਿੱਤਾ ਸੀਗਾ ਕਿ ਧਰਤੀ ਜਿਹੜੀ ਹੈ ਉਹ ਗੋਲਾਈ ਦੇ ਵਿੱਚ ਹੈ, ਨਾ ਕਿ ਚਪਟੀ ਜਾਂ ਕਿਸੇ ਹੋਰ ਸ਼ੇਪ ਦੇ ਵਿੱਚ। ਨੈਕਸਟ ਹੈ ਜੀ ਧਰਤੀ ਦੇ ਚਪਟੇ ਹੋਣ ਦੇ ਪ੍ਰਮਾਣ ਕੀ ਨੇ? ਸੋ ਧਰਤੀ ਜਿਹੜੀ ਹੈ ਨਾ ਚਪਟੀ ਪਾਈ ਜਾਂਦੀ ਹੈ, ਸੋ ਇਹਦਾ ਪ੍ਰਮਾਣ ਕੀ ਹੈ, ਕੀ ਪ੍ਰਮਾਣ ਮਿਲਦੇ ਆ? ਤੇ ਇਹਦਾ ਇਹ ਹੈ ਕਿ ਚੰਨ ਗ੍ਰਹਿਣ ਦੇ ਸਮੇਂ ਜਿਹੜਾ ਹੈ ਪ੍ਰਿਥਵੀ ਦਾ ਪਰਛਾਵਾਂ ਉਹ ਗੋਲ ਦਿਖਾਈ ਦਿੰਦਾ ਹੈ। ਜਦੋਂ ਅਸੀਂ ਦੇਖਦੇ ਨਾ ਚੰਦ ਦੇ ਜਦੋਂ ਗ੍ਰਹਿਣ ਲੱਗਦਾ ਹੈ ਤਾਂ ਉਹਦੇ ਵਿੱਚ ਇਸ ਤਰੀਕੇ ਦਾ ਪ੍ਰਕਾਸ਼ ਪੈਂਦਾ ਹੈ, ਇਹ ਤੋਂ ਇਹ ਪਤਾ ਲੱਗਦਾ ਹੈ ਕਿ ਧਰਤੀ ਜਿਹੜੀ ਉਹ ਗੋਲਾਈ ਦੇ ਵਿੱਚ ਹੈਗੀ। ਓਕੇ, ਇਸ ਤੋਂ ਇਲਾਵਾ ਦਿਸ਼ਾ ਪਰਿਵਰਤਨ ਦੇ ਬਿਨਾਂ ਪ੍ਰਿਥਵੀ ਦਾ ਜਿਹੜਾ ਚੱਕਰ ਲਗਾਉਣਾ ਇਹ ਵੀ ਸੇਮ ਹੀ ਹੈ, ਇਸ ਦਾ ਕਾਰਨ ਵੀ ਇਹੀ ਹੈ। ਠੀਕ ਹੈ, ਦਿਸ਼ਾ ਪਰਿਵਰਤਨ ਦੇ ਬਿਨਾਂ ਪ੍ਰਿਥਵੀ ਦਾ ਚੱਕਰ ਲਗਾਉਣਾ ਇੱਕਦਮ ਨਹੀਂ ਚੇਂਜ ਹੁੰਦੀ, ਹੌਲੀ ਹੌਲੀ ਸਭ ਕੁਝ ਚੇਂਜ ਹੁੰਦਾ ਹੈ, ਸੋ ਇਹ ਵੀ ਧਰਤੀ ਦੇ ਚਪਟੇ ਹੋਣ ਦੇ ਹੀ ਪ੍ਰਮਾਣ ਦਿੰਦਾ ਹੈ। ਨੈਕਸਟ ਹੈ ਆਸਮਾਨ ਦੇ ਵਿੱਚੋਂ ਪ੍ਰਿਥਵੀ ਨੂੰ ਦੇਖਣ ਤੇ ਨੀਲੀ ਕਿਉਂ ਦਿਖਾਈ ਦਿੰਦੀ ਹੈ? ਸੋ ਇਹਦਾ ਰਾਈਟ ਆਨਸਰ ਹੈ ਜੀ ਵਾਯੂਮੰਡਲ। ਵਾਯੂਮੰਡਲ ਦੇ ਕਰਕੇ ਸਾਨੂੰ ਧਰਤੀ ਜਿਹੜੀ ਹੈ ਉਹ ਬਲੂ ਕਲਰ ਦੀ ਦਿਖਾਈ ਦਿੰਦੀ ਹੈ, ਕਿਉਂਕਿ ਵਾਯੂਮੰਡਲ ਦੀ ਇੱਕ ਲੇਅਰ ਬਣੀ ਹੋਈ ਹੈ ਸਾਡੀ ਧਰਤੀ ਦੇ ਚਾਰੋਂ ਤਰਫ ਦੇ। ਠੀਕ ਹੈ, ਜੋ ਕਿ ਮਿੱਟੀ ਧੂੜ ਕਣਾਂ ਦੀ ਬਣੀ ਹੋਈ ਹੈ। ਇਸੇ ਕਾਰਨ ਕਰਕੇ ਸਾਨੂੰ ਧਰਤੀ ਤੋਂ ਜਿਹੜਾ ਆਕਾਸ਼ ਹੈ ਉਹ ਨੀਲਾ ਦਿਖਾਈ ਦਿੰਦਾ ਹੈ ਅਤੇ ਆਕਾਸ਼ ਦੇ ਵਿੱਚੋਂ ਸਾਨੂੰ ਧਰਤੀ ਜਿਹੜੀ ਹੈ ਉਹ ਨੀਲੀ ਦਿਖਾਈ ਦਿੰਦੀ ਹੈਗੀ ਆ। ਓਕੇ, ਹੁਣ ਜਿਹੜੀ ਨੀਲੀ ਇਹ ਦਿਖਾਈ ਕਿਉਂ ਦਿੰਦੀ ਹੈ, ਇਹਦਾ ਕਾਰਨ ਇਹ ਹੈ ਕਿ ਇਹ ਜਿਹੜਾ ਵਾਯੂਮੰਡਲ ਹੈ ਇਹਦਾ ਪ੍ਰਕਾਸ਼ ਹੈ ਨਾ ਜਿਹੜਾ ਉਹ ਪਾਣੀ ਦੇ ਵਿੱਚ ਰਿਫਲੈਕਟ ਹੋ ਕੇ ਸਾਡੇ ਤੱਕ ਪਹੁੰਚਦਾ ਹੈ, ਜਿਹਦੇ ਕਰਕੇ ਸਾਨੂੰ ਆਕਾਸ਼ ਦੇ ਵਿੱਚੋਂ ਧਰਤੀ ਨੀਲੀ ਦਿਖਾਈ ਦਿੰਦੀ ਹੈਗੀ ਹੈ। ਓਕੇ, ਪਾਣੀ ਦੇ ਵਿੱਚ ਇਹ ਰੰਗ ਦਿਖਾਈ ਦਿੰਦਾ ਹੈ ਕਿਉਂਕਿ ਪਾਣੀ ਤਾਂ ਸਾਨੂੰ ਪਤਾ ਸਾਫ਼ ਹੈ, ਉਹਦੇ ਕਰਕੇ ਸਾਨੂੰ ਇਹ ਦਿਖਾਈ ਦਿੰਦੇ, ਉਹਦਾ ਪ੍ਰਕਾਸ਼ ਨੀਲਾ ਰੰਗ ਜਿਹੜਾ ਹੈ ਪਾਣੀ ਦੇ ਵਿੱਚ ਦਿਖਾਈ ਦਿੰਦਾ ਹੈ, ਉਹ ਤੋਂ ਸਾਨੂੰ ਧਰਤੀ ਜਿਹੜੀ ਹੈ ਆਕਾਸ਼ ਦੇ ਵਿੱਚੋਂ ਨੀਲੇ ਰੰਗ ਦੀ ਦਿਖਾਈ ਦਿੰਦੀ ਹੈ। ਇਹ ਮੇਨ ਕਾਰਨ ਹੈ। ਓਕੇ, ਵਾਯੂਮੰਡਲ ਦੇ ਕਾਰਨ ਕਰਕੇ ਸਾਨੂੰ ਧਰਤੀ ਜਿਹੜੀ ਹੈ ਉਹ ਨੀਲੇ ਕਲਰ ਦੀ ਦਿਖਾਈ ਦਿੰਦੀ ਹੈ, ਨਾ ਕਿ ਐਕਚੁਅਲ ਦੇ ਵਿੱਚ ਧਰਤੀ ਨੀਲੇ ਰੰਗ ਦੀ ਹੈ। ਨੈਕਸਟ ਹੈ ਜੀ ਸੂਰਜ ਕਿਸ ਦਿਸ਼ਾ ਦੇ ਵਿੱਚੋਂ ਚੜ੍ਹਦਾ ਹੈ ਜੀ? ਤਾਂ ਸੂਰਜ ਜਿਹੜਾ ਹੈ ਉਹ ਪੂਰਬ ਦੇ ਵਿੱਚੋਂ ਚੜ੍ਹਦਾ ਹੋਇਆ ਨਜ਼ਰ ਦਿਖਾਈ ਦਿੰਦਾ ਹੈ, ਸਾਨੂੰ ਦਿਖਾਈ ਦਿੰਦਾ ਹੈ ਜਦੋਂ ਵੀ ਸਵੇਰੇ ਅਸੀਂ ਦੇਖਦੇ ਹਾਂ ਤਾਂ। ਠੀਕ ਹੈ, ਈਸਟ ਸਾਈਡ ਦੇ ਵਿੱਚੋਂ ਸਾਨੂੰ ਨਜ਼ਰ ਆਉਂਦਾ ਹੈ ਕਿਉਂਕਿ ਧਰਤੀ ਜਿਹੜੀ ਹੈ ਉਹ ਪੱਛਮ ਤੋਂ ਪੂਰਬ ਦੇ ਵਿੱਚ ਘੁੰਮਦੀ ਹੈ, ਇਸ ਕਰਕੇ ਪੂਰਬ ਦੇ ਵਿੱਚ ਇਹ ਸਭ ਤੋਂ ਪਹਿਲਾਂ ਆਉਂਦਾ ਹੈਗਾ ਗਾ। ਅਤੇ ਧਿਆਨ ਰੱਖਣਾ ਕਿ ਜਾਪਾਨ ਜਿਹੜਾ ਨਾ ਉਹਨੂੰ ਚੜ੍ਹਦੇ ਸੂਰਜ ਦੀ ਧਰਤੀ ਕਿਹਾ ਜਾਂਦਾ ਹੈ। ਜਾਪਾਨ ਨੂੰ ਚੜ੍ਹਦੇ ਸੂਰਜ ਦੀ ਧਰਤੀ ਕਿਹਾ ਜਾਂਦਾ ਹੈ। ਵੈਸੇ ਤਾਂ ਮੈਂ ਕੁਐਸਚਨ ਤਾਂ ਨਹੀਂ ਬਣਾਇਆ, ਨੋਟ ਕਰ ਲਿਓ। ਓਕੇ, ਜਾਪਾਨ ਨੂੰ ਚੜ੍ਹਦੇ ਸੂਰਜ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਇਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆਉਂਦਾ ਹੈ ਸੂਰਜ। ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸੂਰਜ ਜਿਹੜਾ ਹੈ ਉਹ ਚੜ੍ਹਦਾ ਹੈ। ਨੈਕਸਟ ਹੈ ਜੀ ਸੂਰਜ ਕਿਸ ਦਿਸ਼ਾ ਦੇ ਵਿੱਚ ਛੁਪਦਾ ਹੈ? ਤਾਂ ਆਪੋਜਿਟ ਹੈ, ਉਲਟ ਹੀ ਹੋਵੇਗਾ ਉਸਦੇ, ਤਾਂ ਪੱਛਮ ਦੇ ਵਿੱਚ ਜਾ ਕੇ ਇਹ ਛੁਪ ਜਾਂਦਾ ਹੈ। ਨੈਕਸਟ ਹੈ ਜੀ ਧਰਤੀ ਇੱਕ ਦਿਨ ਦੇ ਵਿੱਚ ਕਿੰਨਾ ਸਫ਼ਰ ਤੈਅ ਕਰਦੀ ਹੈ ਜੀ? ਤਾਂ ਧਰਤੀ ਇੱਕ ਦਿਨ ਦੇ ਵਿੱਚ 40,000 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਉਹ ਤੈਅ ਕਰਦੀ ਹੈ। ਕਿਸ ਤਰੀਕੇ ਨਾਲ ਜੀ? ਧਰਤੀ ਦੇ ਦੁਆਲੇ। ਠੀਕ ਹੈ, ਧਰਤੀ ਦੇ ਦੁਆਲੇ ਜਿਹੜਾ ਘੁੰਮਦੀ ਹੈ ਇੱਕ ਦਿਨ ਦੇ ਵਿੱਚ ਇਹ 40,000 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਉਹ ਤੈਅ ਕਰ ਲੈਂਦੀ ਹੈ। ਨੈਕਸਟ ਹੈ ਪ੍ਰਿਥਵੀ ਦੀ ਦੈਨਿਕ ਗਤੀ ਦੇ ਪ੍ਰਭਾਵ ਕੀ ਨੇਗੇ? ਤਾਂ ਦੈਨਿਕ ਗਤੀ ਦੇ ਪ੍ਰਭਾਵ ਨੇ ਕਿ ਧਰਤੀ ਦੇ ਉੱਪਰ ਦਿਨ ਰਾਤ ਬਣਦੇ ਹੈਗੇ ਨੇ। ਪੱਛਮ ਤੋਂ ਪੂਰਬ ਦੇ ਵੱਲ ਘੁੰਮਣ ਦੀ ਜਿਹੜੀ ਗਤੀ ਹੈ ਉਹਦਾ ਕਾਰਨ ਵੀ ਦੈਨਿਕ ਗਤੀ ਹੈ, ਕਿਉਂਕਿ ਇਸੇ ਤਰੀਕੇ ਦੇ ਨਾਲ ਸਾਨੂੰ ਦਿਸ਼ਾਵਾਂ ਦਾ ਪਤਾ ਲੱਗਦਾ ਹੈ। ਠੀਕ ਹੈ, ਸੂਰਜ ਚੜ੍ਹਦਾ ਹੈਗਾ ਅਤੇ ਛਿਪਦਾ ਹੈ, ਇਹਦਾ ਕਾਰਨ ਦੈਨਿਕ ਗਤੀ ਹੀ ਹੈਗੀ ਹੈ। ਦਿਨ ਅਤੇ ਰਾਤ ਜਿਹੜਾ ਹੈ ਉਹ ਪ੍ਰਮੁੱਖ ਹੈ ਕਿਉਂਕਿ ਇਹਦੇ ਬਾਰੇ ਹੀ ਜ਼ਿਆਦਾ ਕੁਐਸਚਨ ਪੁੱਛਦੇ ਹੁੰਦੇ ਨੇ। ਨੈਕਸਟ ਹੈ
ਧਰਤੀ ਦਾ ਸੂਰਜ ਦੇ ਨੇੜੇ ਹੋਣ ਨੂੰ ਕੀ ਕਿਹਾ ਜਾਂਦਾ ਹੈ? ਇਹ ਆਪਾਂ ਗੱਲ ਕਰੀ ਸੀ, ਪੈਰਹੀਲੀਅਨ ਜਿਹੜਾ ਹੈ ਇਹ ਸਥਿਤੀ ਹੈ ਜਦੋਂ ਧਰਤੀ ਸੂਰਜ ਦੇ ਸਭ ਤੋਂ ਨਜ਼ਦੀਕ ਹੁੰਦੀ ਹੈ, ਤਕਰੀਬਨ 14.51 ਕਿਲੋਮੀਟਰ। ਨੈਕਸਟ ਹੈ, ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਧਰਤੀ ਦੇ ਕਿਸ ਰੇਖਾ ਤੇ ਪੈਂਦੀਆਂ ਨੇ? ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। ਤਾਂ ਇਹ ਭੂ-ਮੱਧ ਰੇਖਾ ਦੇ ਉੱਪਰ, ਇਕੁਏਟਰ ਦੇ ਉੱਪਰ ਸਾਰਾ ਸਾਲ ਸਿੱਧੀਆਂ ਪੈਂਦੀਆਂ ਨੇ, ਠੀਕ ਹੈ। ਜੋ ਸੈਂਟਰ ਦੇ ਵਿੱਚ ਇੱਕ ਲਾਈਨ ਜਾਂਦੀ ਹੈ, ਧਰਤੀ ਨੂੰ ਦੋ ਭਾਗਾਂ ਦੇ ਵਿੱਚ ਬਣਦੀ ਹੈ 0 ਡਿਗਰੀ ਵਾਲੀ, ਇਹਨੂੰ ਕਿਹਾ ਜਾਂਦਾ ਹੈ ਭੂ-ਮੱਧ ਰੇਖਾ, ਇਕੁਏਟਰ। ਅਤੇ ਸੂਰਜ ਦੀਆਂ ਕਿਰਨਾਂ ਨਾ ਜਿਹੜੀਆਂ ਹਮੇਸ਼ਾ ਇਸ ਦੇ ਉੱਪਰ ਸਿੱਧੀਆਂ ਬਣੀਆਂ ਰਹਿੰਦੀਆਂ ਨੇ, ਹਮੇਸ਼ਾ ਸਾਰਾ ਸਾਲ। ਅਤੇ ਇਸੇ ਕਰਕੇ ਹੀ ਇਹ ਖੇਤਰ ਜਿਹੜਾ ਹੈ ਗਰਮ ਰਹਿੰਦਾ ਹੈਗਾ ਗਾ, ਅਤੇ ਇਸੇ ਖੇਤਰ ਦੇ ਵਿੱਚ ਹੀ ਸਭ ਤੋਂ ਵੱਧ ਜਿਹੜਾ ਕਹਿ ਸਕਦੇ ਹਨ ਗਰਮੀ ਰਹਿੰਦੀ ਹੈ। ਅਤੇ ਇਹ ਵੀ ਧਿਆਨ ਰੱਖਣਾ ਕਿ ਇਸ ਖੇਤਰ ਦੇ ਵਿੱਚ ਨਾ ਹਰ ਰੋਜ਼ 2 ਵਜੇ ਤੋਂ ਬਾਅਦ ਜਿਹੜੀ ਹੈ ਨਾ ਵਰਖਾ ਹੁੰਦੀ ਹੀ ਹੁੰਦੀ ਹੈਗੀ। ਨੈਕਸਟ ਹੈ ਜੀ, ਟ੍ਰੋਪਿਕ ਆਫ ਕੈਂਸਰ ਰੇਖਾ ਕਿੱਥੋਂ ਦੀ ਗੁਜ਼ਰਦੀ ਹੈ ਜੀ? ਟ੍ਰੋਪਿਕ ਆਫ ਕੈਂਸਰ ਜਿਹੜੀ ਹੈ ਇਹ 3.5 ਡਿਗਰੀ ਨਾਰਥ ਦੇ ਵਿੱਚੋਂ ਦੀ ਗੁਜ਼ਰਦੀ ਹੈ, ਅਤੇ ਸਾਡੇ ਭਾਰਤ ਦੇ ਵਿੱਚੋਂ ਦੀ ਹੋ ਕੇ ਗੁਜ਼ਰਦੀ ਹੈ 8 ਰਾਜਾਂ ਦੇ ਵਿੱਚੋਂ ਦੀ। ਨੈਕਸਟ ਹੈ ਜੀ, ਧਰਤੀ ਨੂੰ ਕਿੰਨੇ ਤਾਪਖੰਡਾਂ ਦੇ ਵਿੱਚ ਵੰਡਿਆ ਗਿਆ ਜੀ? ਤਾਂ ਧਰਤੀ ਦੇ ਜਿਹੜੇ ਤਾਪਖੰਡ ਨੇ ਉਹਨਾਂ ਨੂੰ ਮੇਨ ਜਿਹੜੇ ਨੇ ਉਹ 3 ਨੇਗੇ, ਠੀਕ ਹੈ। ਅੱਗੇ ਸਬ ਬ੍ਰਾਂਚ ਜ਼ਰੂਰ ਬਣ ਜਾਂਦੀਆਂ ਨੇ, ਬਟ ਮੇਨ 3 ਹੀ ਨੇ। ਇਹ ਕਿਵੇਂ ਨੇ, ਨੋਟ ਕਰ ਲਿਓ ਕਿ ਧਰਤੀ ਨੂੰ ਜਿਹੜਾ ਹੈ ਕਿਵੇਂ ਵੰਡਿਆ ਗਿਆ ਹੈ 3 ਭਾਗਾਂ ਦੇ ਵਿੱਚ, ਠੀਕ ਹੈ। 23.5 ਡਿਗਰੀ, 23.5 ਡਿਗਰੀ। ਇਹ ਵਾਲਾ ਜਿਹੜਾ ਖੇਤਰ ਕਹਾਉਂਦਾ ਹੈ, ਇੱਕ ਹੁੰਦਾ ਹੈ ਟੋਰਿਡ, ਓਕੇ, ਜਿਹਨੂੰ ਓਸ਼ਨ, ਇਕੱਲਾ ਓਸ਼ਨ, ਓਪੋਸ਼ਨ ਨਹੀਂ ਹੈ, ਠੀਕ ਹੈ, ਟੋਰਿਡ ਜ਼ੋਨ ਕਿਹਾ ਜਾਂਦਾ ਇਸ ਨੂੰ। ਇਸ ਤੋਂ ਬਾਅਦ 23.5 ਡਿਗਰੀ ਤੋਂ ਲੈ ਕੇ 66 ਡਿਗਰੀ, 66 ਡਿਗਰੀ, ਅਤੇ ਦੂਸਰੀ ਸਾਈਡ ਫਿਰ 23.5 ਡਿਗਰੀ ਤੋਂ ਲੈ ਕੇ 66 ਡਿਗਰੀ, ਦੋਨਾਂ ਸਾਈਡ ਦੇ ਵਿੱਚ ਹੋਊਗਾ ਐਗਜ਼ੈਕਟ, ਠੀਕ ਹੈ। ਅਤੇ ਇਸ ਖੇਤਰ ਨੂੰ ਕਿਹਾ ਜਾਂਦਾ ਹੈ ਜੀ 66 ਡਿਗਰੀ ਤੱਕ, ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਟੈਂਪਰੇਟ ਜ਼ੋਨ। ਇਹ ਵਾਕਾ ਹੁੰਦੀ ਹੈਗੀ ਜੀ ਟੈਂਪਰੇਟ ਜ਼ੋਨ, ਓਕੇ, ਐਡਜਸਟ ਕਰ ਲਿਓ ਉਸ ਨੂੰ। ਔਰ ਇਸ ਤੋਂ ਬਾਅਦ 66 ਡਿਗਰੀ ਤੋਂ ਲੈ ਕੇ ਉੱਤਰ ਦੇ 90 ਡਿਗਰੀ ਤੱਕ, ਅਤੇ 66 ਡਿਗਰੀ ਤੋਂ ਲੈ ਕੇ ਦੱਖਣ ਦੇ ਵਿੱਚ 90 ਡਿਗਰੀ, ਇਹ ਦੋਨੋਂ ਖੇਤਰ ਜਿਹੜੇ ਹੈਗੇ ਨੇਗੇ ਉੱਤਰ ਅਤੇ ਦੱਖਣ ਵਾਲੇ, ਇਹ ਕਹਾਉਂਦੇ ਨੇ ਫ੍ਰਿਜਿਜ ਜ਼ੋਨ, ਕਿਉਂਕਿ ਇੱਥੇ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਬਿਲਕੁਲ ਹੀ ਘੱਟ ਪੈਂਦੀਆਂ ਨੇ, ਜਿਹਦੇ ਕਰਕੇ ਇੱਥੋਂ ਦਾ ਟੈਂਪਰੇਚਰ ਬਹੁਤ ਘੱਟ ਹੁੰਦਾ ਹੈ, ਹਮੇਸ਼ਾ ਬਰਫ਼ ਦੇ ਨਾਲ ਹੀ ਢਕਿਆ ਰਹਿੰਦਾ ਹੈ। ਦੋਨਾਂ ਸਾਈਡਾਂ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਠੀਕ ਹੈ, ਵੱਖਰੀਆਂ ਨਹੀਂ ਹੋਣਗੀਆਂ। ਕਿਤੇ ਤੁਸੀਂ ਅਲੱਗ-ਅਲੱਗ ਲਿਖਾ ਦਿਓ ਫਿਰ ਇਸ ਹਿਸਾਬ ਨਾਲ 6 ਬਣ ਜਾਣਗੀਆਂ, ਬਟ ਜੇ ਪੂਰੀ ਧਰਤੀ ਨੂੰ ਅਸੀਂ ਬਣਾਵਾਂਗੇ ਤਾਂ 3 ਜ਼ੋਨਾਂ ਦੇ ਵਿੱਚ ਹੀ ਵੰਡਿਆ ਜਾਂਦਾ ਹੈ, ਠੀਕ ਹੈ। ਬਟ ਲੈਟੀਟਿਊਡ ਜਿਹੜੀਆਂ ਨੇ ਉਹ ਯਾਦ ਰੱਖਣਾ ਹੈਗਾ। ਸੋ ਇਹ ਜਿਹੜੀ ਹੈਗੀ ਅੱਗੇ 0 ਤੋਂ ਲੈ ਕੇ 23.5 ਡਿਗਰੀ ਤੱਕ ਹੈ, ਓਕੇ। ਇਹ 23.5 ਡਿਗਰੀ ਤੋਂ ਲੈ ਕੇ 66 ਡਿਗਰੀ ਤੱਕ ਹੈ, ਅਤੇ 66 ਡਿਗਰੀ ਤੋਂ ਲੈ ਕੇ 90 ਤੱਕ ਹੈ, ਇਹਨਾਂ ਨੂੰ ਯਾਦ ਰੱਖਣਾ। ਨੈਕਸਟ ਹੈ ਜੀ, ਦਿਨ ਅਤੇ ਰਾਤ ਕਿਸ ਰੇਖਾ ਤੇ ਬਰਾਬਰ ਹੁੰਦੇ ਨੇ? ਇਕੁਏਟਰ ਤੇ ਹੁੰਦੇ ਨੇ, ਭੂ-ਮੱਧ ਰੇਖਾ ਤੇ ਹੁੰਦੇ ਨੇ। ਨੈਕਸਟ ਹੈ 6 ਮਹੀਨਿਆਂ ਦਾ ਦਿਨ ਤੇ 6 ਮਹੀਨਿਆਂ ਦੀ ਰਾਤ ਕਿੱਥੇ ਹੁੰਦੀ ਹੈਗੀ ਹੈ ਜੀ? ਤਾਂ 6 ਮਹੀਨਿਆਂ ਦਾ ਦਿਨ ਅਤੇ 6 ਮਹੀਨਿਆਂ ਦੀ ਰਾਤ ਜਿਹੜੀ ਹੈ ਉਹ ਨਾਰਥ ਪੋਲ ਤੇ ਸਾਊਥ ਪੋਲ ਦੇ ਉੱਪਰ ਹੁੰਦੀ ਹੈ, ਠੀਕ ਹੈ। ਜਿਹੜਾ 90 ਡਿਗਰੀ ਪੁਆਇੰਟ ਉੱਪਰ ਹੈ ਇਹਨੂੰ ਨਾਰਥ ਪੋਲ ਕਿਹਾ ਜਾਂਦਾ ਹੈ, ਤੇ ਜਿਹੜਾ ਦੱਖਣ ਦੇ ਵਿੱਚ ਹੈ ਇਹਨੂੰ ਸਾਊਥ ਪੋਲ ਕਿਹਾ ਜਾਂਦਾ ਹੈ, ਠੀਕ ਹੈ। ਹੁਣ ਜਿਹੜਾ ਤੁਸੀਂ ਧਿਆਨ ਰੱਖਣਾ ਕਿ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਨਾ ਹੁਣ ਉਹ ਕਿੱਧਰਲੀ ਸਾਈਡ ਚਲੇ ਗਈਆਂ ਨੇ, ਦੱਖਣ ਦੇ ਵਿੱਚ ਚਲੇ ਗਈਆਂ ਨੇ। ਇਸ ਕਰਕੇ ਜਿਹੜਾ ਹੁਣ 90 ਡਿਗਰੀ ਜਿਹੜਾ ਸਾਊਥ ਵਾਲਾ ਪਾਰਟ ਹੈ, ਸਾਊਥ ਪੋਲ ਹੈ, ਇੱਥੇ ਦਿਨ ਸ਼ੁਰੂ ਹੋ ਗਿਆ ਹੈ। ਹੁਣ ਇੱਥੇ 6 ਮਹੀਨੇ ਦਿਨ ਰਹੂਗਾ, ਠੀਕ ਹੈ। ਅਤੇ ਉੱਤਰ ਦੇ ਵਿੱਚ ਸਾਡੇ ਭਾਰਤ ਦੇ ਉੱਪਰ ਜਿਹੜਾ ਨਾਰਥ ਵਾਲਾ ਪੁਆਇੰਟ ਹੈ, ਇੱਥੇ ਹੁਣ ਰਾਤ ਦਾ ਸਮਾਂ ਸ਼ੁਰੂ ਹੋ ਗਿਆ ਹੈ, ਠੀਕ ਹੈ। ਹੁਣ 6 ਮਹੀਨੇ ਇੱਥੇ ਨਾਈਟ ਰਹੂਗੀ। ਨੈਕਸਟ ਹੈ ਜੀ, ਮੌਸਮ ਵਿੱਚ ਤਬਦੀਲੀ ਦਾ ਕਾਰਨ ਹੈ ਜੀ? ਤਾਂ ਮੌਸਮ ਦੇ ਵਿੱਚ ਤਬਦੀਲੀ ਦਾ ਕਾਰਨ ਹੈ ਧਰਤੀ ਦੀ ਵਾਰਸ਼ਨਿਕ ਗਤੀ, ਕਿਉਂਕਿ ਸੂਰਜ ਦੇ ਦੁਆਲੇ ਚੱਕਰ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਉਹਦੇ ਕਾਰਨ ਕਰਕੇ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ, ਕਿਉਂਕਿ ਸਾਡੀ ਧਰਤੀ ਜਿਹੜੀ ਹੈ ਉਹ 66 ਡਿਗਰੀ ਦੇ ਉੱਪਰ ਝੁਕੀ ਹੈ, ਠੀਕ ਹੈ। ਇਸ ਕਰਕੇ ਕਦੇ ਧਰਤੀ ਦਾ ਇਹ ਵਾਲਾ ਪਾਸਾ ਤੇ ਕਦੇ ਇਹ ਵਾਲਾ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ, ਇਸ ਕਰਕੇ ਮੌਸਮ ਦੇ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਹੈ। ਅਤੇ ਪ੍ਰਿਥਵੀ ਦੀ ਧੁਰੀ ਦਾ ਸਦਾ ਇੱਕੋ ਦਿਸ਼ਾ ਦੇ ਵੱਲ ਝੁਕੇ ਹੋਣ ਕਾਰਨ ਕਰਕੇ ਵੀ ਜਿਹੜਾ ਹੈ ਨਾ ਆਉਂਦਾ ਹੈ, ਜੋ ਮੈਂ ਦੱਸ ਹੀ ਚੁੱਕਿਆ, ਕਿਉਂਕਿ 66 ਡਿਗਰੀ ਦੇ ਉੱਪਰ ਝੁਕੀ ਹੈ। ਜਿਵੇਂ ਜਿਵੇਂ ਇਹ ਘੁੰਮੂਗੀ, ਠੀਕ ਹੈ, ਕਦੇ ਤਾਂ ਇਹਦਾ ਆਹ ਵਾਲਾ ਪਾਸਾ ਸਾਹਮਣੇ ਆ ਜਾਊਗਾ, ਕਦੇ ਆਹ ਵਾਲਾ। ਇਸੇ ਕਰਕੇ ਹੀ ਕਦੇ ਸੂਰਜ ਜਿਹੜਾ ਹੈ ਉੱਤਰੀ ਧਰੁਵ ਵਿੱਚ ਆ ਜਾਂਦਾ ਹੈ, ਤੇ ਕਦੇ ਜਿਹੜਾ ਹੈ ਉਹ ਦੱਖਣੀ ਧਰੁਵ ਵਿੱਚ ਆ ਜਾਂਦਾ ਹੈ, ਓਕੇ। ਨੈਕਸਟ ਹੈ 21 ਜੂਨ ਨੂੰ ਸੂਰਜ ਕਿਸ ਦਿਸ਼ਾ ਦੇ ਵਿੱਚ ਝੁਕਿਆ ਹੁੰਦਾ ਹੈ, ਜਾਂ ਸਿੱਧੀਆਂ ਰੇਖਾਵਾਂ ਜਿਹੜੀਆਂ ਪੈਂਦੀਆਂ ਨੇ ਤਾਂ ਇਹ ਉੱਤਰੀ ਧਰੁਵ ਦੇ ਵੱਲ ਹੁੰਦਾ ਹੈ। 21 ਜੂਨ ਨੂੰ ਜਿਹੜਾ ਹੈ ਆਪਾਂ ਦੇਖਿਆ ਭਾਰਤ ਦੇ ਵਿੱਚ ਗਰਮੀ ਹੁੰਦੀ ਹੈ, ਤਾਂ ਭਾਰਤ ਜਿਹੜਾ ਹੈ ਉਹ ਉੱਤਰੀ ਗੋਲਾਰਧ ਦੇ ਵਿੱਚ ਪੈਂਦਾ ਹੈ, ਤੇ ਇਸ ਤੋਂ ਸਿੱਧਾ ਆਨਸਰ ਇਹੀ ਹੈ ਕਿ ਉੱਤਰੀ ਧਰੁਵ ਦੇ ਵੱਲ ਜਿਹੜਾ ਝੁਕਿਆ ਹੁੰਦਾ ਹੈਗਾ। ਇਸ ਕਰਕੇ ਇਸ ਸੀਜ਼ਨ ਦੇ ਵਿੱਚ ਉੱਤਰ ਦੇ ਵਿੱਚ ਗਰਮੀਆਂ ਹੁੰਦੀਆਂ ਨੇ। ਨੈਕਸਟ ਹੈ ਉੱਤਰੀ ਧਰੁਵ ਦੇ ਵਿੱਚ ਸਭ ਤੋਂ ਵੱਡਾ ਦਿਨ ਕਦੋਂ ਹੁੰਦਾ ਹੈ ਜੀ? 21 ਜੂਨ ਨੂੰ। 21 ਜੂਨ ਹੀ ਸਭ ਤੋਂ ਵੱਡਾ ਦਿਨ ਹੁੰਦਾ ਹੈ, ਕਿਉਂਕਿ ਇਸ ਦਿਨ ਜਿਹੜਾ ਕਰਕ ਰੇਖਾ ਦੇ ਉੱਪਰ ਸਿੱਧੀ ਕਿਰਨਾਂ ਪਰਈਆਂ ਹੁੰਦੀਆਂ ਨੇ, ਓਕੇ, ਅਤੇ ਇਹ ਭਾਰਤ ਦੇ ਵਿੱਚ ਹੀ ਹੁੰਦਾ। ਉੱਤਰੀ ਧਰੁਵ ਦੇ ਵਿੱਚ ਸਭ ਤੋਂ ਛੋਟੀ ਰਾਤ ਕਦੋਂ ਹੁੰਦੀ ਹੈ? ਇਹ 21 ਜੂਨ ਨੂੰ ਹੀ ਹੁੰਦੀ ਹੈ, ਕਿਉਂਕਿ ਦਿਨ ਵੱਡਾ ਹੋ ਜਾਂਦਾ ਤਾਂ ਛੋਟੀ ਜਿਹੜੀ ਉਹ ਰਾਤ ਆਟੋਮੈਟਿਕਲੀ ਹੀ ਹੋਵੇਗੀ। ਨੈਕਸਟ ਹੈ ਜੀ 23 ਸਤੰਬਰ ਨੂੰ ਸੂਰਜ ਦੀਆਂ ਕਿਰਨਾਂ ਸਿੱਧੀਆਂ ਕਿੱਥੇ ਪੈਂਦੀਆਂ ਨੇ ਜੀ? ਤਾਂ 23 ਸਤੰਬਰ ਨੂੰ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਜੀ ਟ੍ਰੋਪਿਕ ਆਫ ਕੈਪਰੀਕੌਨ ਦੇ ਵਿੱਚ, ਓਕੇ। ਇਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ 23 ਸਤੰਬਰ ਨੂੰ ਜਿਹੜਾ ਸਭ ਤੋਂ ਵੱਡਾ ਦਿਨ ਹੁੰਦਾ ਹੈਗਾ ਗਾ
वो ट्रॉपिक ऑफ कैप्रिकॉर्न के उपर होंदा है। नैक्सट है जी, सॉरी ये सेम होएगा, ठीक है। 23 सितंबर वाला पार्ट जिहड़ा है ये सब तो कह सकते हैं इक्वल जिहे दिन होंदे हैगे, 21 मार्च ते 23 सितंबर ਇੱਕੋ ਜਿਹੇ ਦਿਨ ਕਹਿ ਸਕਦੇ ਆ, ਦਿਨ ਅਤੇ ਰਾਤ ਬਰਾਬਰ ਇੱਕੋ ਜਿਹੇ ਹੁੰਦੇ ਹੈਗੇ ਨੇ, ਠੀਕ ਹੈ। ਸਭ ਤੋਂ ਵੱਡਾ ਦਿਨ ਦਾ ਜਿਹੜਾ ਉਹ 22 ਦਸੰਬਰ ਦਾ ਹੁੰਦਾ ਹੈ, ਉਹ ਚੀਜ਼ ਯਾਦ ਰੱਖਣਾ ਕਿਤੇ ਕਨਫਿਊਜ਼ ਹੋ ਜਾਓ। ਨੈਕਸਟ ਹੈ ਜੀ, ਧਰਤੀ ਦਾ ਦੱਖਣੀ ਧਰੁਵ ਸੂਰਜ ਦੇ ਵੱਲ ਕਦੋਂ ਝੁਕਿਆ ਹੁੰਦਾ ਹੈ? 22 ਦਸੰਬਰ ਨੂੰ। 22 ਦਸੰਬਰ ਦੇ ਵਿੱਚ ਜਿਹੜਾ ਹੁਣ ਦਸੰਬਰ ਚੱਲ ਰਹੀ ਹੈ, ਹੁਣ ਸੂਰਜ ਜਿਹੜਾ ਹੈ ਉਹ ਕਿਸ ਦਿਸ਼ਾ ਦੇ ਵਿੱਚ ਹੈ ਜੀ? ਦੱਖਣ ਦੇ ਵਿੱਚ ਹੈ, ਨਾ ਕਿ ਭਾਰਤ ਦੇ ਉੱਤਰ ਦੇ ਵਿੱਚ। ਨੈਕਸਟ ਹੈ 21 ਮਾਰਚ ਨੂੰ ਕੀ ਹੁੰਦਾ ਜੀ? 21 ਮਾਰਚ ਨੂੰ ਦਿਨ ਅਤੇ ਰਾਤ ਬਰਾਬਰ ਹੁੰਦੇ ਹੈਗੇ ਨੇ। 23 ਸਤੰਬਰ ਅਤੇ 21 ਮਾਰਚ ਇਹ ਦੋ ਇਹੋ ਜਿਹੇ ਦਿਨ ਨੇ ਜਿਸ ਦਿਨ ਜਿਹੜਾ ਕਹਿ ਸਕਦੇ ਆ ਦਿਨ ਅਤੇ ਰਾਤ ਬਰਾਬਰ ਹੁੰਦੇ ਨੇ। ਨੈਕਸਟ ਹੈ 21 ਮਾਰਚ ਨੂੰ ਦੱਖਣੀ ਗੋਲਾਰਧ ਦੇ ਵਿੱਚ ਕਿਹੜੀ ਰੁੱਤ ਹੁੰਦੀ ਹੈ? 21 ਮਾਰਚ ਨੂੰ ਦੱਖਣੀ ਗੋਲਾਰਧ, ਠੀਕ ਹੈ। 21 ਮਾਰਚ ਤੋਂ ਤੁਸੀਂ ਹਿਸਾਬ ਲਗਾਇਓ ਕਿ 21 ਮਾਰਚ ਨੂੰ ਜਿਹੜਾ ਸਾਡੇ ਸੂਰਜ ਦੇ ਉੱਤਰ ਵੱਲ ਆ ਜਾਂਦਾ ਹੈ, ਕਿਉਂਕਿ ਭਾਰਤ ਦੇ ਵਿੱਚ ਗਰਮੀਆਂ ਸ਼ੁਰੂ ਹੋ ਜਾਂਦੀਆਂ, ਸਰਦੀਆਂ ਦਾ ਮੌਸਮ ਜਾਣ ਵਾਲਾ ਹੁੰਦਾ ਹੈ, ਠੀਕ ਹੈ। ਤਾਂ ਇਸ ਦੇ ਆਧਾਰ ਦੇ ਉੱਪਰ ਅਸੀਂ ਇਹ ਕਹਿ ਸਕਦੇ ਕਿ ਦੱਖਣੀ ਗੋਲਾਰਧ ਦੇ ਵਿੱਚ ਪਤਝੜ ਦਾ ਮੌਸਮ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਜਿਵੇਂ ਹੁਣ ਸਾਡੇ ਮੌਸਮ ਦੇ ਵਿੱਚ ਤਬਦੀਲੀ ਹੋਈ ਹੈਗੀ ਆ ਕਿ ਸਤੰਬਰ ਦੇ ਵਿੱਚ, ਠੀਕ ਹੈ, ਸੂਰਜ ਇੱਧਰ ਨੂੰ ਝੁਕਣਾ ਸ਼ੁਰੂ ਹੋਇਆ ਦੱਖਣ ਵੱਲ, ਤਾਂ ਉਸੇ ਤਰੀਕੇ ਨਾਲ ਸਾਡੇ ਕੋਲੇ ਪਤਝੜ ਆਈ, ਔਰ ਉਸੇ ਤਰੀਕੇ ਨਾਲ ਦੱਖਣ ਦੇ ਵਿੱਚ ਜਿਹੜਾ ਹੈ ਨਾ ਮੌਸਮ ਦੇ ਵਿੱਚ ਤਬਦੀਲੀ ਹੁੰਦੀ ਹੈ, ਸਰਦੀਆਂ ਸ਼ੁਰੂ ਹੁੰਦੀਆਂ ਨੇ, ਤਾਂ ਪਤਝੜ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਪਹਿਲਾਂ। ਨੈਕਸਟ ਹੈ ਜੀ, ਨਕਸ਼ੇ ਅਤੇ ਗਲੋਬ ਦੇ ਉੱਪਰ ਆਕਾਂਸ਼ ਤੇ ਦੇਸ਼ਾਂਤਰ ਦੇ ਬਣੇ ਹੋਏ ਜਾਲ ਨੂੰ ਕੀ ਕਹਿੰਦੇ ਹੈਗੇ ਨੇ? ਸੋ ਇਸ ਨੂੰ ਕਿਹਾ ਜਾਂਦਾ ਹੈ ਜੀ ਗ੍ਰਿਡ। ਧਿਆਨ ਨਾਲ ਨੋਟ ਕਰ ਲਿਓ ਕਿ ਜਿਹੜੇ ਉੱਤਰ ਤੋਂ ਦੱਖਣ ਦੇ ਵਿੱਚ ਰੇਖਾਵਾਂ ਹੁੰਦੀਆਂ ਨੇ ਇਹਨਾਂ ਨੂੰ ਲੌਂਗੀਟਿਊਡ ਕਿਹਾ ਜਾਂਦਾ ਹੈ, ਜਿਹੜੀਆਂ ਪੱਛਮ ਤੋਂ ਪੂਰਬ ਦੇ ਵਿੱਚ ਹੁੰਦੀਆਂ ਨੇ ਇਹਨਾਂ ਨੂੰ ਕਿਹਾ ਜਾਂਦਾ ਹੈ ਲੈਟੀਟਿਊਡ, ਅਤੇ ਇਹਨਾਂ ਦੋਨਾਂ ਤੋਂ ਮਿਲਾ ਕੇ ਜਿਹੜਾ ਸਿਸਟਮ ਬਣਾਇਆ ਜਾਂਦਾ ਹੈ ਉਹਨੂੰ ਗ੍ਰਿਡ ਕਿਹਾ ਜਾਂਦਾ ਹੈ। ਨੈਕਸਟ ਹੈ, ਭਾਰਤ ਵਿੱਚ ਕਿਹੜੇ ਦੇਸ਼ਾਂਤਰ ਨੂੰ ਪ੍ਰਮਾਣਿਕ ਦੇਸ਼ਾਂਤਰ ਮੰਨਿਆ ਗਿਆ ਹੈ? ਪ੍ਰਮਾਣਿਕ ਦੇਸ਼ਾਂਤਰ ਦਾ ਮਤਲਬ ਹੈ ਕਿ ਸਾਡਾ ਟਾਈਮ ਜਿਹੜਾ ਹੈ ਉਹ ਇਸ ਦੇਸ਼ਾਂਤਰ ਤੋਂ ਜਿਹੜਾ ਸੈੱਟ ਕੀਤਾ ਜਾਂਦਾ ਹੈ। ਤਾਂ 82.5 ਡਿਗਰੀ ਪੱਛਮ ਹੈ, ਇਹ ਭਾਰਤ ਦੇ ਇਲਾਹਾਬਾਦ ਰਾਜ ਦੇ ਵਿੱਚੋਂ ਕੇਂਦਰ ਦੇ ਵਿੱਚੋਂ ਜਿਹੜਾ ਹੈ ਟਾਈਮ ਸੈੱਟ ਕੀਤਾ ਜਾਂਦਾ ਹੈ। ਅਗਰ ਸੰਸਾਰ ਦਾ ਪੁੱਛਿਆ ਜਾਂਦਾ ਹੈ ਤਾਂ 0 ਡਿਗਰੀ ਪ੍ਰਾਇਮਰੀ ਟਰਨ ਹੈ ਜਿਹੜੀ ਕਿ ਗ੍ਰੀਨ ਵਿੱਚੋਂ ਦੀ ਗੁਜ਼ਰਦਾ ਹੈ, ਓਕੇ, ਉੱਥੋਂ ਟਾਈਮ ਸੈੱਟ ਕੀਤਾ ਜਾਂਦਾ ਹੈ। ਨੈਕਸਟ ਹੈ, ਸੰਸਾਰ ਦਾ ਸਭ ਤੋਂ ਗਰਮ ਭਾਗ ਕਿਹੜਾ ਹੈ? ਸੰਸਾਰ ਦਾ ਸਭ ਤੋਂ ਗਰਮ ਭਾਗ ਹੈ ਸੈਂਟਰ ਵਾਲਾ, 0 ਡਿਗਰੀ ਤੋਂ ਲੈ ਕੇ 23.5 ਡਿਗਰੀ ਉੱਤਰ ਅਤੇ 23.5 ਡਿਗਰੀ ਦੱਖਣ, ਇਹ ਸਾਰਾ ਪਾਰਟ ਜਿਹੜਾ ਗਰਮ ਹੈ ਕਿਉਂਕਿ ਇੱਥੇ ਸੂਰਜ ਦੀਆਂ ਕਿਰਨਾਂ ਜਿਹੜੀਆਂ ਸਭ ਤੋਂ ਵੱਧ ਜਿਹੜੀਆਂ ਨਾ ਸਿੱਧੀਆਂ ਪੈਂਦੀਆਂ ਹੈਗੀਆਂ ਨੇ, ਅਤੇ ਇਸੇ ਕਰਕੇ ਇਸ ਖੇਤਰ ਨੂੰ ਓਸ਼ਨ ਤਾਪਖੰਡ ਕਿਹਾ ਜਾਂਦਾ ਹੈ। ਨੈਕਸਟ ਹੈ, ਜਿਵੇਂ ਜਿਵੇਂ ਭੂ-ਮੱਧ ਰੇਖਾ ਤੋਂ ਜਾਂਦੇ ਹਾਂ ਤਾਂ ਤਾਪਮਾਨ ਕੀ ਹੁੰਦਾ ਹੈ? ਭੂ-ਮੱਧ ਰੇਖਾ ਤੋਂ ਉੱਪਰ ਵੱਲ ਨੂੰ ਜਾਵਾਂਗੇ ਆਪਾਂ, ਜਾਣੀ ਕਿ ਠੀਕ ਹੈ ਇਹ ਭੂ-ਮੱਧ ਰੇਖਾ ਹੈ, ਇਸ ਤੋਂ ਉੱਪਰ ਵੱਲ ਨੂੰ ਜਦੋਂ ਮੂਵ ਕਰਾਂਗੇ ਤਾਂ ਫਿਰ ਸਾਨੂੰ ਜਿਹੜਾ ਹੈ ਟੈਂਪਰੇਚਰ ਦੇ ਵਿੱਚ ਕੀ ਦੇਖਣ ਨੂੰ ਮਿਲੂਗਾ? ਤਾਂ ਟੈਂਪਰੇਚਰ ਜਿਹੜਾ ਹੈ ਉਹ ਵੱਧਦਾ ਜਾਊਗਾ, ਓਕੇ, ਭੂ-ਮੱਧ ਰੇਖਾ ਤੋਂ ਜਾਂਦੇ ਹੋਏ, ਓਕੇ। ਭੂ-ਮੱਧ ਰੇਖਾ ਤੋਂ ਉੱਪਰ ਵੱਲ ਜਾਵਾਂਗੇ ਤਾਂ ਟੈਂਪਰੇਚਰ ਘਟੂਗਾ, ਬਟ ਇੱਥੇ ਥੋੜ੍ਹਾ ਜਿਹਾ ਨਾ ਉਲਟ ਹੋ ਗਿਆ ਕੁਐਸਚਨ, ਧਿਆਨ ਰੱਖ ਲਿਓ, ਵੱਧਦਾ ਨਹੀਂ ਹੈ। ਜੇ ਤਾਂ ਅਸੀਂ ਉੱਪਰ ਵੱਲ ਨੂੰ ਜਾਵਾਂਗੇ ਫਿਰ ਤਾਂ ਟੈਂਪਰੇਚਰ ਘਟੂਗਾ, ਠੀਕ ਹੈ, ਜੇਕਰ ਆਕਾਸ਼ ਵੱਲ ਨੂੰ ਜਾਵਾਂਗੇ। ਜੇ ਅਸੀਂ ਭੂ-ਮੱਧ ਰੇਖਾ ਤੋਂ ਧਰੁਵਾਂ ਤੋਂ ਜੇਕਰ ਭੂ-ਮੱਧ ਰੇਖਾ ਵੱਲ ਆਉਣੇ ਤਾਂ ਟੈਂਪਰੇਚਰ ਵਧੂਗਾ, ਜੇਕਰ ਅਸੀਂ ਉੱਪਰ ਵੱਲ ਨੂੰ ਜਾਵਾਂਗੇ ਨਾਰਥ ਪੋਲ ਜਾਂ ਸਾਊਥ ਪੋਲ ਵੱਲ ਨੂੰ ਜਾਵਾਂਗੇ ਤਾਂ ਟੈਂਪਰੇਚਰ ਜਿਹੜਾ ਉਹ ਘਟਦਾ ਜਾਊਗਾ, ਕਿਉਂਕਿ ਸੂਰਜ ਦੀਆਂ ਕਿਰਨਾਂ ਘਟਦੀਆਂ ਜਾਂਦੀਆਂ ਨੇ, ਤਿਰਛੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਠੀਕ ਹੈ। ਤਾਂ ਇੱਥੇ ਪੁੱਛਿਆ ਗਿਆ ਸੀ ਜਿਵੇਂ ਜਿਵੇਂ ਭੂ-ਮੱਧ ਰੇਖਾ ਤੋਂ ਉੱਤਰ ਵੱਲ ਨੂੰ ਜਾਵਾਂਗੇ ਜਾਂ ਦੱਖਣ ਵੱਲ ਨੂੰ ਜਾਵਾਂਗੇ, ਠੀਕ ਹੈ, ਇੱਥੇ ਨੋਟ ਕਰ ਲਿਓ ਕੁਐਸਚਨ ਦੇ ਵਿੱਚ ਥੋੜ੍ਹੀ ਜਿਹੀ ਮਿਸਟੇਕ ਹੈ, ਉੱਤਰ ਜਾਂ ਦੱਖਣ ਵੱਲ ਜਾਵਾਂਗੇ ਤਾਂ ਟੈਂਪਰੇਚਰ ਜਿਹੜਾ ਹੈ ਉਹ ਘਟਦਾ ਜਾਊਗਾ, ਆਨਸਰ ਦੇ ਵਿੱਚ ਵੀ ਮਿਸਟੇਕ ਹੈ, ਓਕੇ। ਜੇ ਕੁਐਸਚਨ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਜਿਵੇਂ ਅਸੀਂ ਉੱਤਰ ਤੋਂ ਜਾਂ ਉੱਤਰੀ ਧਰੁਵ ਜਾਂ ਦੱਖਣੀ ਧਰੁਵ ਤੋਂ ਭੂ-ਮੱਧ ਰੇਖਾ ਵੱਲ ਆਵਾਂਗੇ ਤਾਂ ਤਾਪਮਾਨ ਵਧਣਾ ਸੀਗਾ, ਓਕੇ। ਨੋਟ ਕਰ ਲਿਆ ਕਰੋ, ਕਈ ਵਾਰ PDF ਦੇ ਵਿੱਚ ਚੇਂਜ ਨਹੀਂ ਹੁੰਦਾ, ਬਟ ਇੱਥੇ ਮੈਂ ਚੇਂਜ ਕਰ ਦਿੰਦਾ ਹੁਣ ਨਾਲ ਦੀ ਨਾਲ ਹੀ, ਕਈ ਵਾਰ ਟਾਈਪ ਜਿਹੜੀ ਉਹ ਗਲਤ ਹੋ ਜਾਂਦੀ ਹੁੰਦੀ ਹੈ, ਓਕੇ। ਕਿਸੇ ਵੀ ਮਹਾਂਦੀਪ ਜਾਂ ਦੇਸ਼ ਦੇ ਭੌਤਿਕ ਲੱਛਣਾਂ ਦੀ ਜਾਣਕਾਰੀ ਕਿਹੜੇ ਨਕਸ਼ੇ ਤੋਂ ਮਿਲਦੀ ਹੈ ਜੀ? ਤਾਂ ਨਕਸ਼ਾ ਜਿਹੜਾ ਹੈ ਉਹ ਜੀਓਗ੍ਰਾਫੀ ਨੂੰ ਸਮਝਣ ਦੇ ਲਈ ਸਭ ਤੋਂ ਇੰਪੋਰਟੈਂਟ ਜਿਹੜਾ ਤੱਤ ਹੈ। ਤਾਂ ਜਦੋਂ ਇੱਥੇ ਗੱਲ ਕੀਤੀ ਗਈ ਹੈ ਕਿ ਮਹਾਂਦੀਪ ਦੇ ਭੌਤਿਕ ਲੱਛਣਾਂ ਨੂੰ ਸਮਝਣ ਦੀ, ਤਾਂ ਇਹ ਫਿਰ ਮੈਪ ਵੀ ਜਿਹੜਾ ਹੈ ਫਿਰ ਭੌਤਿਕ ਲੱਛਣਾਂ ਵਾਲਾ ਹੀ ਹੋਊਗਾ, ਜਿਹਨੂੰ ਕਿ ਭੌਤਿਕ ਨਕਸ਼ਾ ਕਿਹਾ ਜਾਂਦਾ ਹੈ ਜਾਂ ਫਿਜ਼ੀਕਲ ਮੈਪ ਕਿਹਾ ਜਾਂਦਾ ਹੈ। ਇਹ ਸਾਰੇ ਫਿਜ਼ੀਕਲ ਫੀਚਰਸ ਨੂੰ ਜਿਹੜਾ ਸਮਝਾਉਂਦਾ ਹੈ ਕਿ ਧਰਤੀ ਦੇ ਉੱਪਰ ਕੀ ਕੁਝ ਪਾਇਆ ਜਾਂਦਾ ਹੈਗਾ ਗਾ, ਠੀਕ ਹੈ, ਮਾਊਂਟੇਨ, ਰਿਵਰਸ, ਮੈਦਾਨ, ਇਹ ਕਿੱਥੇ ਕਿੱਥੇ ਪਾਏ ਜਾਂਦੇ ਨੇ, ਇਹ ਸਾਰੇ ਆਕਾਸ਼ ਦੇ ਉੱਪਰ ਸ਼ੋ ਕਰਦੇ ਹੈਗੇ ਨੇ, ਇਹਨਾਂ ਨੂੰ ਫਿਜ਼ੀਕਲ ਮੈਪਸ ਜਿਹੜਾ ਉਹ ਕਿਹਾ ਜਾਂਦਾ ਹੈ, ਓਕੇ। ਤਾਂ ਮੈਪ ਬਹੁਤ ਬਹੁਤ ਜ਼ਰੂਰੀ ਨੇ, ਇਤਿਹਾਸਕ ਮੈਪ ਹੁੰਦੇ ਹੈਗੇ ਨੇ, ਭੌਤਿਕ ਮੈਪ ਹੁੰਦੇ ਹੈਗੇ ਨੇਗੇ, ਠੀਕ ਹੈ, ਅਲੱਗ-ਅਲੱਗ ਤਰ੍ਹਾਂ ਦੇ ਸਾਰੇ ਮੈਪ ਹੁੰਦੇ ਨੇਗੇ। ਨੈਕਸਟ ਹੈ ਜੀ, ਨਕਸ਼ੇ ਦੇ ਵਿੱਚ ਮਹਾਸਾਗਰਾਂ ਜਾਂ ਜਲ ਭੰਡਾਰਾਂ ਨੂੰ ਕਿਹੜੇ ਰੰਗ ਦੇ ਨਾਲ ਦਰਸਾਇਆ ਜਾਂਦਾ ਹੈ? ਸੋ ਜਿਹੜੇ ਤਾਂ ਜੀਓਗ੍ਰਾਫੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਜਾਣਕਾਰੀ ਹੈ, ਪਰ ਜਿਹੜੇ ਮੈਪ ਦੇਖਦੇ ਵੀ ਨੇ ਪਰ ਉਹਨਾਂ ਨੂੰ ਜਾਣਕਾਰੀ ਨਹੀਂ, ਉਹਨਾਂ ਨੂੰ ਨਹੀਂ ਪਤਾ ਹੁੰਦਾ, ਓਕੇ। ਤਾਂ ਨਕਸ਼ੇ ਦੇ ਵਿੱਚ ਜਿਹੜੇ ਮਹਾਸਾਗਰ ਜਾਂ ਜਲ ਨੇ ਜਾਂ ਜਿਹੜੀਆਂ ਨਦੀਆਂ ਨੇ ਉਹਨਾਂ ਨੂੰ ਸ਼ੋਅ ਕੀਤਾ ਜਾਂਦਾ ਹੈ ਜੀ ਨੀਲੇ ਰੰਗ ਦੇ ਨਾਲ, ਓਕੇ। ਜਦੋਂ ਵੀ ਤੁਸੀਂ ਦੇਖੋਗੇ ਕਿਸੇ ਵੀ ਮੈਪ ਦੇ ਉੱਪਰ ਜਿਹੜੀ ਵੀ ਚੀਜ਼ ਨੀਲੇ ਕਲਰ ਦੇ ਨਾਲ ਦਿਖਾਈ ਹੋਈ ਹੈ, ਇਹਦਾ ਮਤਲਬ ਉਸ ਸਥਾਨ ਦੇ ਵਿੱਚ ਪਾਣੀ ਹੈ, ਓਕੇ, ਵਾਟਰ ਹੈ ਉੱਥੇ।
ਨੈਕਸਟ ਹੈ ਜੀ 76 ਨੰਬਰ, ਨਕਸ਼ੇ ਦੇ ਵਿੱਚ ਮੈਦਾਨਾਂ ਨੂੰ ਕਿਹੜੇ ਰੰਗ ਦੇ ਨਾਲ ਦਰਸਾਇਆ ਜਾਂਦਾ ਹੈ? ਤਾਂ ਮੈਦਾਨ ਜਿਹੜੇ ਹੈਗੇ ਨੇ ਉਹਨਾਂ ਨੂੰ ਹਰੇ ਰੰਗ ਦੇ ਨਾਲ ਦਰਸਾਇਆ ਜਾਂਦਾ ਹੈ, ਕਿਉਂਕਿ ਇਸ ਖੇਤਰ ਦੇ ਵਿੱਚ ਜਿਹੜੇ ਘਾਹ ਹੋ ਗਿਆ ਜਾਂ ਫਸਲਾਂ ਉਗਾਈਆਂ ਜਾਂਦੀਆਂ ਨੇ, ਇਸ ਕਰਕੇ ਇਹ ਆਕਾਸ਼ ਦੇ ਵਿੱਚੋਂ ਹਰੇ ਰੰਗ ਦੇ ਨਾਲ ਦਿਖਾਈ ਦਿੰਦੇ ਨੇ। ਫਿਰ ਇਸੇ ਕਰਕੇ ਹੀ ਮੈਪ ਦੇ ਉੱਪਰ ਇਹਨਾਂ ਦੇ ਵਿੱਚ ਹਰਾ ਰੰਗ ਭਰਿਆ ਜਾਂਦਾ ਹੈ। ਨੈਕਸਟ ਹੈ ਉੱਚੇ ਸਥਾਨਾਂ ਨੂੰ ਕਿਹੜੇ ਰੰਗ ਦੇ ਵਿੱਚ ਦਰਸਾਇਆ ਜਾਂਦਾ ਹੈ ਜੀ? ਤਾਂ ਜਿਹੜੇ ਉੱਚੇ ਰੰਗ ਹੁੰਦੇ ਨੇ, ਉੱਚੇ ਜਿਹੜੇ ਸਥਾਨ ਨੇ ਉਹਨਾਂ ਦੇ ਵਿੱਚ ਰੰਗ ਭਰਿਆ ਜਾਂਦਾ ਹੈ ਭੂਰਾ, ਬਰਾਊਨ ਕਲਰ। ਬਰਾਊਨ ਕਲਰ ਜਿਹੜਾ ਹੈ ਇਹ ਸ਼ੋਅ ਕਰਦਾ ਹੈ ਕਿ ਇਹ ਸਥਾਨ ਜਿਹੜਾ ਹੈ ਬਾਕੀ ਦੇ ਪਲੇਨ ਖੇਤਰ ਦੇ ਨਾਲੋਂ ਉੱਚਾ ਹੈ। ਪਰਬਤਾਂ ਨੂੰ ਨਕਸ਼ੇ ਦੇ ਵਿੱਚ, ਨਕਸ਼ਾ ਹੈ ਕਿਤੇ ਨਸ਼ਾ ਨਾ ਲਾਈਓ, ਓਕੇ। ਪਰਬਤਾਂ ਦੇ ਵਿੱਚ ਨਕਸ਼ੇ ਦੇ ਵਿੱਚ ਕਿਹੜੇ ਰੰਗ ਨੂੰ ਦਰਸਾਇਆ ਜਾਂਦਾ ਹੈਗਾ, ਠੀਕ ਹੈ। ਪਰਬਤਾਂ ਨੂੰ ਕਿਵੇਂ, ਤੇ ਇਹ ਵੀ ਭੂਰੇ ਰੰਗ ਦੇ ਨਾਲ ਹੀ, ਉੱਚੇ ਸਥਾਨ ਦੀ ਗੱਲ ਕੀਤੀ ਹੈ ਤਾਂ ਉੱਚੇ ਪਰਬਤ ਹੀ ਹੁੰਦੇ ਨੇ, ਇਹਨੂੰ ਵੀ ਭੂਰੇ ਰੰਗ ਦੇ ਨਾਲ ਹੀ ਦਰਸਾਇਆ ਨੇ। ਪਰਬਤ ਹੋ ਗਏ, ਪਠਾਰ ਹੋ ਗਏ, ਇਹ ਸਾਰੇ ਦੇ ਸਾਰੇ ਜਿਹੜੇ ਆ ਭੂਰੇ ਰੰਗ ਦੇ ਨਾਲ ਹੀ ਸ਼ੋਅ ਕੀਤੇ ਜਾਂਦੇ ਨੇ। ਬਰਫ਼ ਨਾਲ ਢਕੇ ਹੋਏ ਪਹਾੜਾਂ ਨੂੰ ਨਕਸ਼ੇ ਦੇ ਵਿੱਚ ਕਿਹੜੇ ਰੰਗ ਨਾਲ ਦਰਸਾਇਆ ਜਾਂਦਾ ਹੈ ਜੀ? ਤਾਂ ਬਰਫ਼ ਜਿਹੜੀ ਹੈ ਉਹ ਚਿੱਟੇ ਕਲਰ ਦੀ ਹੁੰਦੀ ਹੈ, ਤਾਂ ਸੁਭਾਵਿਕ ਜੀ ਗੱਲ ਹੈ ਕਿ ਮੈਪ ਦੇ ਉੱਪਰ ਵੀ ਫਿਰ ਇਸ ਨੂੰ ਸਫੇਦ ਰੰਗ ਦਾ ਹੀ ਸ਼ੋਅ ਕੀਤਾ ਜਾਊਗਾ। ਸੋ ਜਿੱਥੇ ਕਿਤੇ ਵੀ ਸਫੇਦ ਦਿਖਾਈ ਦੇਊਗਾ ਰੰਗ, ਇਹਦਾ ਮਤਲਬ ਉੱਥੇ ਬਰਫ਼ ਹੈਗੀ ਹੈਗੀ। ਨੈਕਸਟ ਹੈ ਜੀ, ਨਕਸ਼ੇ ਦੇ ਵਿੱਚ ਚੋਟੀ ਦੀ ਉਚਾਈ ਨੂੰ ਕਿਹੜੇ ਚਿੰਨ੍ਹ ਦੇ ਦੁਆਰਾ ਦਰਸਾਇਆ ਜਾਂਦਾ ਹੈ? ਚੋਟੀ ਦੀ ਜਿਹੜੀ ਉਚਾਈ ਹੈ ਤਾਂ ਉਹਦੇ ਲਈ 1196 ਕੋਡ ਜਿਹੜਾ ਪ੍ਰਯੋਗ ਕੀਤਾ ਜਾਂਦਾ ਹੈ, ਠੀਕ ਹੈ। ਇਹ ਜਿਹੜਾ ਚੋਣ ਹੈ ਇਹਦੇ ਨਾਲ ਜਿਹੜਾ ਹੈ ਨਾ ਕਹਿ ਸਕਦੇ ਹੋ ਇਸਤੇਮਾਲ ਕੀਤਾ ਜਾਂਦਾ ਕਿ ਉੱਚੀ ਚੋਟੀ ਹੈਗੀ। ਓਕੇ, ਇਸ ਤੋਂ ਇਲਾਵਾ ਉਹਦੇ ਉੱਪਰ ਨਾ ਕਿਸ ਤਰ੍ਹਾਂ ਦਾ ਸਾਈਨ ਬਣਿਆ ਹੁੰਦਾ ਹੈ, ਕਈ ਵਾਰ ਉਹ ਵੀ ਨੋਟ ਕਰ ਲਿਆ ਕਰੋ, ਠੀਕ ਹੈ। 1196 ਹੈ, ਇਸ ਤੋਂ ਇਲਾਵਾ ਇੱਕ ਇਹੋ ਜਿਹਾ ਸਾਈਨ ਵੀ ਬਣਿਆ ਹੁੰਦਾ ਕਿ ਇਹ ਉੱਚੀ ਚੋਟੀ ਹੈ। ਨੈਕਸਟ ਹੈ, ਨਕਸ਼ੇ ਦੇ ਅਤੀ ਮਹੱਤਵਪੂਰਨ ਤੱਤ ਨੇ ਜੀ। ਸੋ ਨਕਸ਼ਾ ਜਿਹੜਾ ਹੈ ਉਹ ਸਕੇਲ ਤੋਂ ਬਿਨਾਂ ਜਿਹੜਾ ਕਹਿ ਸਕਦੇ ਹਾਂ ਜਾਂ ਦੂਰੀ ਤੋਂ ਬਿਨਾਂ ਜਿਹੜਾ ਹੈ ਨਾ ਪੂਰਾ ਨਹੀਂ ਹੋ ਸਕਦਾ। ਇੱਕ ਡਾਇਰੈਕਸ਼ਨ ਹੋਣੀ ਚਾਹੀਦੀ ਹੈ, ਉਹਦੇ ਉੱਪਰ ਇਸ ਤਰੀਕੇ ਦੇ ਨਾਰਥ ਵਾਲਾ ਪੁਆਇੰਟ ਲੱਗਿਆ ਹੁੰਦਾ ਹੈ। ਪ੍ਰਮਾਣਿਕ ਚਿੰਨ੍ਹ, ਰੰਗ ਹੋ ਗਏ, ਠੀਕ ਹੈ, ਜਿਹਨੂੰ ਸਹੀ ਬਣਾਉਣ ਦੀ ਜਿਹੜੀ ਦਿਸ਼ਾ ਹੈ ਉਹ ਸਭ ਕੁਝ ਉਸ ਦੇ ਵਿੱਚ ਹੋਣਾ ਜ਼ਰੂਰੀ ਹੈ, ਫਿਰ ਹੀ ਉਹ ਇੱਕ ਨਕਸ਼ਾ ਪੂਰਾ ਹੋ ਸਕਦਾ ਹੈ। ਨੈਕਸਟ ਹੈ, ਆਮ ਤੌਰ 'ਤੇ ਨਕਸ਼ੇ ਦੇ ਉੱਪਰ ਦਾ ਹਿੱਸੇ ਦੇ ਵਿੱਚ, ਆਮ ਤੌਰ 'ਤੇ ਨਕਸ਼ੇ ਦੇ ਉੱਪਰ ਦੇ ਹਿੱਸੇ ਦੇ ਵਿੱਚ ਕਿਹੜੀ ਦਿਸ਼ਾ ਹੁੰਦੀ ਹੈਗੀ ਆ? ਜਦੋਂ ਵੀ ਤੁਸੀਂ ਮੈਪ ਦੇਖੋਗੇ, ਸੋ ਇਸ ਤਰੀਕੇ ਦੇ ਨਾਲ ਸਾਨੂੰ ਮੈਪ ਦੇਖਣ ਨੂੰ ਮਿਲਦਾ ਹੈ, ਤਾਂ ਉਹਦੇ ਕੋਨੇ ਦੇ ਵਿੱਚ ਨਾ ਇੱਕ ਇਸ ਤਰ੍ਹਾਂ ਦਾ ਜਿਹੜਾ ਤੀਰ ਜਿਹਾ ਬਣਿਆ ਹੁੰਦਾ ਹੈ, ਜਾਂ ਤਾਂ ਉਹ ਪੂਰਾ ਡਰਾਇੰਗ ਪੂਰੀ ਕੀਤੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਬਣਾਇਆ ਹੁੰਦਾ ਹੈ, ਅਤੇ ਜਾਂ ਫਿਰ ਉਹ ਇਸ ਤਰ੍ਹਾਂ ਇਕੱਲਾ ਤੀਰ ਜਿਹਾ ਲੱਗਿਆ ਹੁੰਦਾ ਹੈ, ਠੀਕ ਹੈ। ਇਹ ਚੀਜ਼ ਜਿਹੜੀ ਹੈ ਇਹ ਸ਼ੋਅ ਕਰਦੀ ਹੈ ਕਿ ਜਿਹੜਾ ਨਕਸ਼ਾ ਬਣਾਇਆ ਗਿਆ ਹੈ ਇਹਦੀ ਇਸ ਡਾਇਰੈਕਸ਼ਨ ਦੇ ਵਿੱਚ ਉੱਤਰ ਦਿਸ਼ਾ ਹੈਗੀ ਹੈ, ਯਾਨੀ ਕਿ ਉੱਤਰ ਦਿਸ਼ਾ ਨੂੰ ਪੇਸ਼ ਕਰਦਾ ਹੈ। ਉੱਤਰ ਜਿਹੜੀ ਹੈ ਨਾ ਡਾਇਰੈਕਸ਼ਨ ਹੈ ਉਸ ਨੂੰ ਸ਼ੋਅ ਕਰ ਰਿਹਾ ਹੈਗਾ। ਸਭ ਤੋਂ ਗਰਮ ਖੇਤਰ ਕਿੰਨੇ ਡਿਗਰੀ ਅੰਸ਼ ਦੇ ਵਿੱਚ ਆਉਂਦੇ ਹੈਗੇ ਨੇ? ਤਾਂ ਸਭ ਤੋਂ ਗਰਮ ਖੇਤਰ ਜਿਹੜੇ ਹੈਗੇ ਨੇ ਜੀ ਉਹ 0 ਡਿਗਰੀ ਤੋਂ ਲੈ ਕੇ 10 ਡਿਗਰੀ ਉੱਤਰ ਅਤੇ ਦੱਖਣ ਦੋਨਾਂ ਦੇ ਖੇਤਰਾਂ ਦੇ ਵਿੱਚ ਹੈਗੇ ਨੇਗੇ। 0 ਡਿਗਰੀ ਤੋਂ ਲੈ ਕੇ ਇਸ ਤਰੀਕੇ ਦੇ ਨਾਲ 10 ਡਿਗਰੀ ਇੱਧਰ, 10 ਡਿਗਰੀ ਇੱਧਰ, ਇਹ ਵਾਲੀ ਸਾਰਾ ਖੇਤਰ ਜਿਹੜਾ ਉਹ ਗਰਮ ਹੈ, ਕਿਉਂਕਿ ਇੱਥੇ ਭੂ-ਮੱਧ ਰੇਖਾ ਦੀਆਂ ਕਿਰਨਾਂ ਹਮੇਸ਼ਾ ਸਿੱਧੀਆਂ ਪੈਂਦੀਆਂ ਨੇ। ਭੂ-ਮੱਧ ਰੇਖਾ ਤੋਂ ਉੱਤਰ ਜਾਂ ਦੱਖਣ ਦੇ ਵੱਲ ਜਾਣ 'ਤੇ ਇਕਾਂਸ਼ ਰੇਖਾਵਾਂ ਦੀ ਲੰਬਾਈ ਕੀ ਹੁੰਦੀ ਹੈ ਜੀ? ਸੋ ਘਟਦੀ ਹੈ, ਠੀਕ ਹੈ। ਆਪਾਂ ਗੱਲ ਕੀਤੀ ਸੀਗੀ ਦੇਸ਼ਾਂਤਰ ਦੀ ਹੋਊਗੀ, ਓਕੇ। ਦੇਸ਼ਾਂਤਰ ਦੀ ਜਿਹੜੀ ਲੰਬਾਈ ਹੈ ਉਹ ਘਟਦੀ ਜਾਂਦੀ ਹੈਗੀ ਆ, ਸੌਰੀ ਆਕਾਂਸ਼ਾ 'ਚ ਹੀ ਆ, ਓਕੇ। ਸੋ ਇਸ ਤਰੀਕੇ ਦੇ ਨਾਲ ਹੈ, ਵਿਚਾਲੇ ਜਿਹੜਾ ਹੈ ਸਭ ਤੋਂ ਲੰਬੀ ਹੁੰਦੀ ਹੈ, ਕਿਉਂਕਿ ਧਰਤੀ ਹੌਲੀ ਹੌਲੀ ਜਿਹੜਾ ਸਾਈਜ਼ ਉੱਤੋਂ ਕੋਨਾ ਛੋਟਾ ਹੁੰਦਾ ਜਾਂਦਾ ਹੈ, ਅਤੇ ਇਸੇ ਤਰੀਕੇ ਨਾਲ ਜਿਹੜੀਆਂ ਆਕਾਂਸ਼ਿਕ ਰੇਖਾਵਾਂ ਨੇ ਉਹਨਾਂ ਦੀ ਲੰਬਾਈ ਵੀ ਘਟਦੀ ਜਾਂਦੀ ਹੈ। ਸੋ ਇਹੀ ਮੇਨ ਜਿਹੜਾ ਕਾਰਨ ਹੈਗਾ ਗਾ, ਓਕੇ। ਤਾਂ ਘਟਦੀ ਹੈ, ਸਹੀ ਹੈ, ਔਰ ਆਕਾਂਸ਼ਿਕ ਹੀ ਸਹੀ ਹੈ, ਲੈਟੀਟਿਊਡ ਹੀ ਸਹੀ ਨਹੀਂ ਗਿਆ, ਓਕੇ। ਸੋ ਇਹ ਸੀ ਅੱਜ ਦੇ ਸਾਡੇ MCQs। ਉਮੀਦ ਕਰਦਾ ਕਿ ਸਾਰਿਆਂ ਦੇ ਲਈ ਹੈਲਪਫੁਲ ਰਹੇ ਹੋਣਗੇ। ਸੋ ਅੱਜ ਆਪਣਾ ਗਲੋਬ ਵਾਲਾ ਜਿਹੜਾ ਟੌਪਿਕ ਉਹ ਕੰਪਲੀਟ ਹੋ ਗਿਆ ਹੈ। ਸੋ ਮੋਸਟ ਜਿੰਨੇ ਵੀ ਕੁਐਸਚਨ ਆਪਣੇ ਮੇਨ ਬਣਦੇ ਸੀ ਉਹ ਡਿਸਕਸ ਕਰ ਲਏ ਨੇ। ਇਸ ਤੋਂ ਅੱਗੇ ਜਿਹੜਾ ਹੈ ਹਿਊਮਨ ਐਨਵਾਇਰਨਮੈਂਟ ਵਾਲਾ ਆਪਾਂ ਉਹ ਡਿਸਕਸ ਕਰਾਂਗੇ। ਉਹਦੇ ਵਿੱਚ ਬਹੁਤ ਸਾਰੇ ਜਿਹੜੇ ਪੁਆਇੰਟਸ ਬਣਦੇ ਨੇ, ਬਹੁਤ ਸਾਰੇ ਕੁਐਸਚਨ ਬਣਨਗੇ, ਕਿਉਂਕਿ ਜਵਾਲਾਮੁਖੀ, ਅਰਥਕੁਇਕ ਜਾਂ ਲੈਂਡ ਦੀ ਜਿਹੜੀ ਕਹਿ ਸਕਦੇ ਹਾਂ ਸਟਰਕਚਰ ਹੈਗਾ ਗਾ, ਅਤੇ ਐਟਮੋਸਫੇਅਰ ਵਾਲੀਆਂ ਲੇਅਰਸ ਹੋ ਗਈਆਂ, ਠੀਕ ਹੈ, ਜਾਂ ਧਰਤੀ ਦੀਆਂ ਜਿਹੜੀਆਂ ਲੇਅਰਸ ਨੇ ਉਹ ਸਾਰੀਆਂ ਉਹਦੇ ਵਿੱਚ ਹੀ ਇਨਕਲੂਡ ਆਉਂਦੀਆਂ ਨੇ। ਤਾਂ ਉਹਦੇ ਵਿੱਚ ਸਭ ਤੋਂ ਵੱਧ ਕੁਐਸਚਨ ਕ੍ਰੀਏਟ ਹੋਣਗੇ, ਓਕੇ। ਹੋ ਸਕਦਾ 2 ਪਾਰਟਸ ਦੇ ਵਿੱਚ ਕੰਪਲੀਟ ਹੋ ਜਾਵੇ, ਹੋ ਸਕਦਾ ਹੈ 5-6 ਪਾਰਟਸ ਵੀ ਲੱਗ ਸਕਦੇ ਨੇ, ਮੀਨਸ ਕਿ ਜ਼ਿਆਦਾ ਵੀ ਬਣ ਸਕਦੇ ਕਿ ਨਹੀਂ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।